ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਦੇ ਅੰਗ ਨੰਬਰ 72 ਤੇ ਉੱਤੋਂ ਪੰਜਵੀਂ ਪੰਕਤੀ ਹੈ 7 ਨੰਬਰ ਤੋਂ ਬਾਅਦ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ। ਨਦਰ ਕਰੇ ਕੈ ਆਪਣੀ, ਆਪੇ ਲੈ ਮਿਲਾਏ ਜੀਓ। ਕਿ ਜਿਹੜੀ ਸੁਹਾਗਣ ਹੈ ਉਹਨੇ ਕੀ ਕਰਮ ਕੀਤਾ ਵੀ ਉਹ ਸੁਹਾਗਣ ਹੈ? ਕਿਉਂਕਿ ਉੱਤੇ ਦੁਹਾਗਣਾਂ ਦਾ ਵਰਣਨ ਆ ਰਿਹਾ ਸੀ ਵੀ ਸੁਹਾਗਣ ਨੇ ਕੀ ਕਰਮ ਕੀਤਾ ਵੀ ਉਹ ਸੁਹਾਗਣ ਹੈ। ਪੂਰਬ ਲਿਖਿਆ ਫਲ ਪਾਇਆ, ਉਹਨੇ ਪਿਛਲੇ ਜਨਮ ਜਪਿਆ ਨਾਮ, ਫਿਰ ਉਹ ਲਿਖਿਆ ਉਹਦੇ ਭਾਗਾਂ 'ਚ, ਫਿਰ ਉਹਨੂੰ ਉਹ ਫਲ ਮਿਲ ਗਿਆ, ਨਾਮ ਦਾ ਫਲ ਮਿਲ ਗਿਆ, ਇਸ ਲਈ ਸੁਹਾਗਣ। ਜੋ ਨਾਮ ਜਪਦਾ ਹੈ ਉਹ ਸੁਹਾਗਣ ਹੈ, ਜਿਹੜਾ ਨਾਮ ਨਹੀਂ ਜਪਦਾ ਉਹ ਦੁਹਾਗਣ। ਜੋ ਗੁਰੂ ਜਾਂ ਪਰਮਾਤਮਾ ਦੇ ਆਖੇ ਲੱਗਦਾ ਸੁਹਾਗਣ ਹੈ, ਜਿਹੜਾ ਆਪਣੀ ਮਰਜ਼ੀ ਕਰਦਾ ਉਹ ਦੁਹਾਗਣ। ਜਿਹੜੀ ਔਰਤ ਪਤੀ ਦੇ ਅਨੁਸਾਰ ਚੱਲਦੀ ਉਹ ਸੁਹਾਗਣ ਹੈ, ਜਿਹੜੀ ਆਪਣੀ ਮਰਜ਼ੀ ਕਰਦੀ ਹੈ। ਕਈ ਵਾਰੀ ਪਤੀ ਫਿਰ ਉਹਨੂੰ ਘਰੋਂ ਕੱਢ ਦਿੰਦੇ, ਵਜ੍ਹਾ ਪਏ ਤਲਾਕ ਤੇਰਾ। ਸੋ ਸੁਹਾਗਣਾਂ ਨੇ ਐਸਾ ਕਰਮ ਕੀਤਾ ਹੁੰਦਾ, ਉਹਨਾਂ ਜਪਿਆ ਹੁੰਦਾ ਪਿਛਲੇ ਜਨਮ 'ਚ ਨਾਮ, ਫਿਰ ਉਹ ਲਿਖਿਆ ਗਿਆ ਉਹਨਾਂ ਦਾ, ਅਤੇ ਉਹਨਾਂ ਨੂੰ ਫਿਰ ਉਹ ਫਲ ਪ੍ਰਾਪਤ ਹੋ ਗਿਆ। ਕਾਹਦਾ? ਸੁਹਾਗਣ ਹੋਣ ਦਾ। ਨਦਰ ਕਰੇ ਕੈ ਆਪਣੀ, ਆਪੇ ਲੈ ਮਿਲਾਏ ਜੀ। ਨਦਰ ਹੁੰਦੀ ਕਿਰਪਾ ਦ੍ਰਿਸ਼ਟੀ। ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਇਹਨਾਂ ਸੁਹਾਗਣਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਆਪੇ ਲੈ ਮਿਲਾਏ ਜੀ, ਆਪਣੇ ਨਾਲ ਉਹਨਾਂ ਨੂੰ ਮਿਲਾ ਲੈਂਦਾ ਹੈ। ਸੋ ਸਾਡਾ ਕੰਮ ਹੈ ਨਾਮ ਜਪੀ ਜਾਣਾ। ਨਾਮ ਜਪਦਿਆਂ ਜਪਦਿਆਂ ਅਸੀਂ ਹੋ ਗਏ ਸੁਹਾਗਣ। ਜਦੋਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਏਗੀ, ਸਾਡਾ ਪਰਮਾਤਮਾ ਨਾਲ ਮੇਲ ਹੋ ਜਾਏਗਾ। ਬਸ ਇਹ ਇੱਕੋ ਕੰਮ ਕਰਨਾ ਹੈ, ਉਹਦਾ ਨਾਮ ਜਪੀ ਜਾਣਾ। ਕਿਉਂਕਿ ਬਾਣੀ ਰਾਹੀਂ ਪਰਮਾਤਮਾ ਕਹਿੰਦਾ ਤੁਸੀਂ ਮੇਰਾ ਇੱਕ ਕੰਮ ਕਰੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਇੱਕ ਕੰਮ ਹੈ ਨਾਮ ਜਪਣਾ। ਕਹਿੰਦੇ ਤੁਸੀਂ ਮੇਰਾ ਨਾਮ ਜਪੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਬੰਦਾ ਨਾਮ ਜਪਦਾ ਨਹੀਂ, ਇਸ ਲਈ ਉਹ ਵਕਤ ਨੂੰ ਫੜਿਆ ਰਹਿੰਦਾ। ਕਦੇ ਕਿਸੇ ਕੰਮ 'ਚ ਰੁਕਾਵਟ ਆ ਗਈ, ਕਦੇ ਕਿਸੇ 'ਚ ਆ ਗਈ, ਕਦੇ ਘਾਟਾ ਪੈ ਗਿਆ, ਕਦੇ ਕੁਛ ਹੋ ਗਿਆ। ਉਹ ਕਹਿੰਦੇ ਤੁਸੀਂ ਮੇਰਾ ਨਾਮ ਜਪੀ ਜਾਓ, ਮੈਂ ਤੁਹਾਡੇ ਸਾਰੇ ਕਾਰਜ ਸਵਾਰਾਂਗਾ। ਹੁਣ ਜਿਹਨੂੰ ਤੇ ਗੱਲ ਆ ਜਾਂਦੀ ਸਮਝ, ਉਹ ਤਾਂ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਵੀ ਠੀਕ ਹੈ ਯਾਰ, ਨਾਮ ਜਪੀ ਜਾਓ, ਪਰਮਾਤਮਾ ਆਪੇ ਕਾਰਜ ਸਵਾਰੇਗਾ। ਅੱਗੇ ਕਹਿੰਦੇ ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ। ਸਹੀਆਂ ਸੇ ਸੁਹਾਗਣੀ, ਜਿਨ ਸ਼ਹ ਨਾਲ ਪਿਆਰ ਜੀਓ। ਇਹਨੂੰ ਸੱਸਾ ਹਾਹਾ, ਇਹ ਫਾਰਸੀ ਦਾ ਸ਼ਬਦ ਹੈ। ਪੂਰਾ ਸ਼ਬਦ ਹੈ ਸ਼ਾਹ, ਸੱਸੇ ਦੇ ਪੈਰ ਬਿੰਦੀ, ਕੰਨਾ ਹਾ, ਸ਼ਾਹ। ਉਹਦਾ ਸੰਖੇਪ ਰੂਪ ਹੈ ਸ਼ਹ। ਜਿਵੇਂ ਹਿੰਦੀ ਦਾ ਪੂਰਾ ਸ਼ਬਦ ਹੈ ਜਹਾਂ, ਉਹਦਾ ਛੋਟਾ ਰੂਪ ਹੈ ਜਹ। ਪੂਰਾ ਸ਼ਬਦ ਹੈ ਤਹਾਂ, ਉਹਦਾ ਛੋਟਾ ਰੂਪ ਹੈ ਤਹ। ਪੂਰਾ ਸ਼ਬਦ ਹੈ ਕਹਾਂ, ਉਹਦਾ ਛੋਟਾ ਰੂਪ ਹੈ ਕਹਿ। ਇਸ ਤਰ੍ਹਾਂ ਫਾਰਸੀ ਦਾ ਪੂਰਾ ਸ਼ਬਦ ਹੈ ਸ਼ਾਹ, ਉਹਦਾ ਛੋਟਾ ਰੂਪ ਹੈ ਸ਼ਹ। ਸ਼ਹ ਮੈਨੇ ਪ੍ਰਭੂ ਪਤੀ। ਇਹ ਖਿਆਲ ਰੱਖਣਾ। ਇਹਨੂੰ ਸ਼ਹ ਹਿੰਦੀ ਤਰ੍ਹਾਂ ਨਹੀਂ ਪੜ੍ਹ ਦੇਣਾ। ਫਾਰਸੀ ਨੂੰ ਹਿੰਦੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ। ਫਾਰਸੀ ਦਾ ਨਿਯਮ ਹੈ ਕਿ ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਉਸ ਨੂੰ ਕੰਨਾ ਲਾ ਕੇ ਬੋਲਣਾ। ਹੁਣ ਜੇ ਹੋ ਗਿਆ ਸ਼ਹ, ਪਰ ਇਹਦੇ ਇੱਕ ਸੰਖੇਪ ਰੂਪ ਹੈ। ਜਦੋਂ ਪੂਰਾ ਰੂਪ ਹੈ ਤਾਂ ਸੱਸੇ ਨੂੰ ਕੰਨਾ ਹਾਹਾ ਲਿਖਿਆ ਹੁੰਦਾ ਗੁਰਬਾਣੀ 'ਚ। ਜਿੱਥੇ ਸੱਸੇ ਨੂੰ ਕੰਨਾ ਹਾਹਾ ਲਿਖਿਆ ਹੋਇਆ ਉਹ ਤੇ ਹੋ ਗਿਆ ਸ਼ਾ,
ਜਿੱਥੇ ਇਕੱਲਾ ਸੱਸਾ ਹੈ ਉਹ ਉਸ ਨੂੰ ਪੜ੍ਹਨਾ ਸ਼, ਅਰਥ ਸ਼ਾਹ ਵਾਲਾ। ਸ਼ਾਹ ਦੇ ਕਈ ਅਰਥ ਨੇ। ਇੱਕ ਹੁੰਦਾ ਸ਼ਾਹੂਕਾਰ, ਦੂਜਾ ਸ਼ਾਹ ਦਾ ਮਤਲਬ ਪ੍ਰਭੂਪਤੀ। ਇੱਥੇ ਪ੍ਰਭੂਪਤੀ ਤੋਂ ਮਤਲਬ ਹੈ। ਸਹੀਆਂ ਸੇ ਸੁਹਾਗਣੀ ਜਿਨ ਸ਼ਹ ਨਾਲ ਪਿਆਰ ਜੀਓ। ਕਹਿੰਦੇ ਹੁਕਮ ਜਿਨ੍ਹਾਂ ਨੂੰ ਮਨਾਇਆ, ਪਰਮਾਤਮਾ ਨੇ ਜਿਨ੍ਹਾਂ ਤੋਂ ਆਪਣਾ ਹੁਕਮ ਮਨਵਾ ਲਿਆ। ਸਾਡੇ 'ਚ ਸਮਰੱਥਾ ਨਹੀਂ ਕਿ ਅਸੀਂ ਪਰਮਾਤਮਾ ਦਾ ਹੁਕਮ ਮੰਨ ਸਕੀਏ। ਹੁਣ ਪਰਮਾਤਮਾ ਦਾ ਹੁਕਮ ਸੀ ਪੰਚਮ ਪਾਤਸ਼ਾਹ ਨੂੰ ਕਿ ਤੂੰ ਤੱਤੀਆਂ ਤਵੀਆਂ 'ਤੇ ਬਹਿ ਜਾ। ਫਿਰ ਉਹ ਸਮਰੱਥਾ ਦੇਣ ਵਾਲਾ ਵੀ ਪਰਮਾਤਮਾ ਸੀ ਕਿ ਤੱਤੀਆਂ ਤਵੀਆਂ ਤੈਨੂੰ ਕੁਛ ਨਹੀਂ ਕਹਿਣਗੀਆਂ, ਬਸ ਤੂੰ ਤੱਤੀ ਤਵੀ 'ਤੇ ਬਹਿ ਜਾ। ਮੈਂ ਸੰਸਾਰ ਨੂੰ ਦੱਸਣਾ ਕਿ ਮੇਰੇ ਭਗਤ ਨੂੰ ਜਿੰਨਾ ਮਰਜ਼ੀ ਤੁਸੀਂ ਤੰਗ ਕਰ ਲਓ, ਜੋ ਮਰਜ਼ੀ ਹੈ ਤੁਸੀਂ ਤਸੀਹੇ ਦੇ ਲਓ, ਜੋ ਮਰਜ਼ੀ ਔਰ ਵੱਢ ਟੁੱਕ ਦਿਓ, ਉਹ ਜਿਹੜਾ ਆਪਣੇ ਅਸੂਲ ਤੋਂ ਨਹੀਂ ਗਿਰੇਗਾ। ਤੁਸੀਂ ਉਸ ਨੂੰ ਆਪਣੇ ਅਸੂਲ ਤੋਂ ਨਹੀਂ ਘੇਰ ਸਕਦੇ। ਬਥੇਰਾ ਜ਼ੋਰ ਲਾਇਆ ਜਹਾਂਗੀਰ ਦੇ ਬੰਦਿਆਂ ਨੇ, ਪਰ ਗੁਰੂ ਮਹਾਰਾਜ ਅਡੋਲ ਬੈਠੇ ਤੱਤੀ ਤਵੀਆਂ 'ਤੇ। ਪਰਮਾਤਮਾ ਨੇ ਉਹਨਾਂ ਤੋਂ ਆਪਣਾ ਹੁਕਮ ਮਨਵਾਇਆ। ਜਿਸ ਤੋਂ ਪਰਮਾਤਮਾ ਨੇ ਹੁਕਮ ਮਨਵਾਉਣਾ ਹੁੰਦਾ ਨਾ, ਉਹਨੂੰ ਫਿਰ ਸਮਰੱਥਾ ਵੀ ਦਿੰਦਾ, ਉਹਨੂੰ ਸਮਰੱਥਾ ਵੀ ਦਿੰਦਾ ਕਿ ਉਹ ਹੁਕਮ ਮੰਨ ਸਕੇ। ਨੌਵੇਂ ਪਾਤਸ਼ਾਹ ਨੂੰ ਹੁਕਮ ਸੀ ਕਿ ਤੁਸੀਂ ਜਿਹੜਾ ਹੈ ਸ਼ਹੀਦੀ ਦੇਣੀ ਹੈ ਤੇ ਦਿੱਲੀ ਜਾ ਕੇ। ਉਹਨਾਂ ਨੂੰ ਉਸਦੇ ਸਮਰੱਥਾ ਦਿੱਤੀ, ਉਹਨਾਂ ਸ਼ਹੀਦੀ ਦਿੱਤੀ। ਉਹ ਅਡੋਲ ਚਿੱਤ ਰਹੇ। ਛੋਟੇ ਸਾਹਿਬਜ਼ਾਦੇ ਨੇ ਦੇਖੋ, ਪਰਮਾਤਮਾ ਨੇ ਸਮਰੱਥਾ ਦਿੱਤੀ ਕਿ ਤੁਸੀਂ ਸ਼ਹੀਦੀ ਦੇਣੀ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਸਮਰੱਥਾ ਦਿੱਤੀ, ਬਸ ਉਹ ਨਹੀਂ ਡੋਲੇ, ਨਹੀਂ ਡੋਲੇ। ਨਹੀਂ ਤਾਂ ਛੋਟਾ ਜਿਹਾ ਬੱਚਾ ਤਾਂ ਜੀ ਰੋਣ ਲੱਗ ਜਾਂਦਾ। ਸੋ ਗੁਰੂ ਮਹਾਰਾਜ ਕਹਿੰਦੇ ਹੁਕਮ ਜਿਨ੍ਹਾਂ ਨੂੰ ਮਨਾਇਆ, ਜਿਨ੍ਹਾਂ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਵਾਇਆ, ਤਿਨ ਅੰਤਰ ਸ਼ਬਦ ਵਸਾਇਆ। ਉਹਨਾਂ ਦੇ ਅੰਦਰ ਕੀ ਕੀਤਾ? ਨਾਮ ਵਸਾਤਾ। ਉਹਨਾਂ ਦੇ ਅੰਦਰ ਨਾਮ ਵਸਾਦਾ, ਨਾਮ ਵਸ ਗਿਆ ਹੈ। ਸਾਡੇ ਅੰਦਰ ਜੇ ਨਾਮ ਨਹੀਂ ਵਸਿਆ, ਅਸੀਂ ਨਾਮ ਜਪਦੇ ਤਾਂ ਹਾਂ, ਪਰ ਇਹ ਸਾਡੇ ਅੰਦਰ ਅਜੇ ਵਸਿਆ ਨਹੀਂ ਹੈ। ਜਦੋਂ ਨਾਮ ਸਾਡੇ ਅੰਦਰ ਵਸ ਗਿਆ ਤਾਂ ਨਾਮ ਤਾਂ ਬੇਅੰਤ ਸ਼ਕਤੀ ਦਾ ਮਾਲਕ ਹੈ। ਫਿਰ ਅਸੀਂ ਬੇਅੰਤ ਸ਼ਕਤੀਆਂ ਦੇ ਮਾਲਕ ਹੋ ਜਾਵਾਂਗੇ। ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਇੱਕ ਦਿਨ ਆਏਗਾ ਨਾਮ ਸਾਡੇ ਹਿਰਦੇ 'ਚ ਵਸ ਜਾਵੇਗਾ। ਨਾਮ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਹਨ। 9 ਨਿਧੀਆਂ 18 ਸਿੱਧੀਆਂ ਇਸ ਨਾਮ 'ਚ ਨੇ। ਪਰਮਾਤਮਾ ਕੋਲੇ 9 ਨਿਧੀਆਂ ਨੇ, 18 ਸਿੱਧੀਆਂ ਨੇ। ਉਹੀ ਤਾਕਤ ਜੋ ਪਰਮਾਤਮਾ 'ਚ ਤਾਕਤ ਹੈ, ਉਹੀ ਉਸਦੇ ਨਾਮ ਵਿੱਚ ਤਾਕਤ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਹੀ ਕੁਛ ਮਿਲ ਸਕਦਾ ਜੋ ਪਰਮਾਤਮਾ ਦੇ ਕੋਲ ਹੈ। ਇੱਕ ਦਿਨ ਬੰਦਾ ਨਾਮ ਜਪਦਾ ਜਪਦਾ ਇੰਨੀ ਉੱਚੀ ਅਵਸਥਾ 'ਤੇ ਚਲੇ ਜਾਂਦਾ ਕਿ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਅਤੇ ਜਦੋਂ ਉਹਦਾ ਰੂਪ ਹੋ ਜਾਂਦਾ ਫਿਰ ਉਹਦੇ ਨਾਲ ਮਿਲ ਜਾਂਦਾ ਹੈ। ਸੋ ਪਰਮਾਤਮਾ ਫਿਰ ਕੀ ਕਰਦਾ? ਤੇ ਅੰਤਰ ਸ਼ਬਦ ਵਸਾਇਆ, ਉਹਨਾਂ ਦੇ ਅੰਦਰ ਨਾਮ ਵਸਾਉਂਦਾ। ਸਹੀਆਂ ਸੇ ਸੁਹਾਗਣੀ ਜਿਨ ਸ਼ਹ ਨਾਲ ਪਿਆਰ ਜੀਓ। ਉਹੀ ਜੀਵ ਇਸਤਰੀਆਂ ਸੁਹਾਗਣ ਹਨ ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਪਿਆਰ ਹੈ। ਜੇ ਔਰਤ ਦਾ ਪਿਆਰ ਹੀ ਨਹੀਂ ਪਤੀ ਨਾਲ, ਫਿਰ ਸੁਹਾਗਣ ਕਾਹਦੀ ਹੋਈ? ਫਿਰ ਕਿਸੇ ਦੇ ਨਹੀਂ ਪਤੀ ਛੱਡ ਸਕਦਾ ਉਸ ਨੂੰ। ਸੋ ਇੱਥੇ ਸਹੀਆਂ ਹੋਈ ਤਾਂ ਸਹੇਲੀਆਂ ਹੁੰਦਾ ਹੈ, ਭਾਵ ਇੱਥੇ ਜੀਵ ਇਸਤਰੀਆਂ। ਉਹ ਜੀਵ ਇਸਤਰੀਆਂ ਸੁਹਾਗਣ ਹਨ। ਸੇ ਬਹੁਵਚਨ ਹੁੰਦਾ। ਸੇ ਜਿਹੜਾ ਸ਼ਬਦ ਹੈ ਬਹੁਵਚਨ ਹੁੰਦਾ। ਸੋ ਜਿਹੜਾ ਸ਼ਬਦ ਹੈ ਸੱਸੇ ਨੂੰ ਖੋੜਾ ਸੋ, ਉਹ ਇੱਕ ਵਚਨ ਹੁੰਦਾ। ਇਸ ਲਈ ਸਹੀਆਂ ਲਿਖਿਆ। ਇੱਥੇ ਸੁਹਾਗਣੀ ਜਦੋਂ ਆਪਾਂ ਲਿਖਾਂਗੇ ਨਾ, ਅਣਾਣੇ ਨੂੰ ਬਿਹਾਰੀ ਬਿੰਦੀ ਲਾ ਕੇ ਲਿਖਾਂ ਸੁਹਾਗਣੀ, ਭਾਵ ਸੁਹਾਗਣਾ। ਸਹੀਆਂ ਸੇ ਸੁਹਾਗਣੀ, ਉਹ ਸਹੀਆਂ ਸੁਹਾਗਣ ਹਨ ਜਿਨ ਸ਼ਹ ਨਾਲ ਪਿਆਰ।
ਸ਼ ਹੁੰਦਾ ਪ੍ਰਭੂਪਤੀ, ਇਹ ਫਾਰਸੀ ਦਾ ਸ਼ਬਦ ਹੈ। ਇਹਦਾ ਪੂਰਾ ਰੂਪ ਹੈ ਸ਼, ਉਹਦਾ ਸੰਖੇਪ ਹੈ ਸ਼। ਇਹਨੂੰ ਸ਼ੈ ਨਹੀਂ ਪੜ੍ਹਨਾ। ਤਾਂ ਹੀ ਜਦ ਕਿਤਾਬ 'ਚ ਨੋਟ ਅੱਗੇ ਦਿੱਤਾ ਉਸ 'ਚ ਇਹ ਵੀ ਜਿੱਥੇ ਵੀ ਕਿਤਾਬ ਦੇ ਵਿੱਚ ਸ਼ਹ ਲਿਖਿਆ ਹੋਇਆ ਹੈ ਉਸ ਨੂੰ ਸ਼ਹ ਪੜ੍ਹਨਾ ਹੈ। ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭ ਸਹਿ ਲਏ ਮਿਲਾਏ ਜੀਓ। ਜਾਣੀਏ, ਇਹਨੂੰ ਜਾਣੀ ਐ ਨਹੀਂ ਪੜ੍ਹਨਾ। ਉਹ ਤਾਂ ਜਾਣੀ ਐ ਲਿਖਿਆ, ਬੋਲਦੇ ਆਪਾਂ ਜਾਣੀਏ। ਅਣਾਣੇ ਤੋਂ ਬਾਅਦ ਆੜਾ ਜਿਹੜਾ ਹੈ ਦਲਾਵਾਂ ਨਾਲ, ਉਹ ਨਕਰ ਹੀ ਬੋਲਿਆ ਜਾਏਗਾ। ਗੰਗਾ, ñਈਆਂ, ਅਣਾਣਾ, ਨੰਨਾ, ਮੰਮਾ, ਉਸ ਤੋਂ ਅਗਲੇ ਅੱਖਰ ਨੂੰ ਜੇ ਕੰਨਾਂ ਲੱਗਾ ਜਾਂ ਦਲਾਵਾਂ ਲੱਗੀਆਂ, ਉਹ ਨਕਰ ਹੀ ਬੋਲੀਆਂ ਜਾਂਦੀਆਂ ਹਨ। ਇਸ ਲਈ ਜਾਣੀਏ ਐ ਪੜ੍ਹਨਾ ਸੀ। ਸੁਣਿਐ ਲਿਖਿਆ ਤੁੰਦਾ ਸੱਸੇ ਨੂੰ ਔਂਕੜ ਅਣਾਣੇ ਸਿਆਰੀ ਆੜਨ ਦਲਾਵਾਂ ਬੋਲਿਆ ਜਾਂਦਾ। ਸੁਣਿਐ ਕਿਉਂਕਿ ਅਣਾਣੇ ਤੋਂ ਅੱਗੇ ਐ ਹੈ, ਉਹਨੂੰ ਐਂ ਪੜ੍ਹਨਾ ਹੁੰਦਾ। ਕਹਿੰਦੇ ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭ ਸਹਿ ਲਏ ਮਿਲਾਏ ਜੀਓ। ਜਿਨ੍ਹਾਂ ਭਾਣੇ ਕਾ ਰਸ ਆਇਆ, ਜਿਨ੍ਹਾਂ ਨੂੰ ਭਾਣਾ ਮੰਨਣ ਦਾ ਆਨੰਦ ਆ ਗਿਆ। ਕਿਉਂਕਿ ਹਰ ਇੱਕ ਭਾਣਾ ਨਹੀਂ ਮੰਨ ਸਕਦਾ। ਉਹ ਵਿਰਲੇ ਟਾਵੇਂ ਬ੍ਰਹਮ ਗਿਆਨੀ ਹੁੰਦੇ ਨੇ ਜਿਹੜੇ ਭਾਣਾ ਮੰਨ ਸਕਦੇ ਹਨ। ਪਰ ਜਿਨ੍ਹਾਂ ਨੂੰ ਭਾਣਾ ਮੰਨਣ ਦਾ ਆਨੰਦ ਆ ਗਿਆ, ਤਿੰਨ ਵਿੱਚੋਂ ਭਰਮ ਚੁਕਾਇਆ। ਪਰਮਾਤਮਾ ਉਹਨਾਂ ਦੇ ਅੰਦਰ ਉਹ ਭਰਮ ਹੀ ਖਤਮ ਕਰ ਦਿੰਦਾ। ਭਰਮ ਕੀ ਹੈ? ਜੋ ਸੱਚ ਹੈ ਉਹ ਝੂਠ ਲੱਗੇ, ਅਤੇ ਜੇ ਝੂਠ ਹੈ ਉਹ ਸੱਚ ਲੱਗੇ, ਇਹਨੂੰ ਭਰਮ ਕਹਿੰਦੇ। ਹੈਗੀ ਰੱਸੀ, ਲੱਗ ਰਿਹਾ ਸੱਪ। ਹੈ ਤਾਂ ਰੱਸੀ ਵਿਹੜੇ 'ਚ ਪਈ, ਪਰ ਭੁਲੇਖਾ ਸੱਪ ਦਾ ਹੈ। ਇਹ ਭਰਮ ਹੈ ਤੇ ਸੱਪ, ਹੈ ਤੇ ਰੱਸੀ, ਸੱਪ ਲੱਗ ਰਿਹਾ ਹੈ। ਰੇਤਲੇ ਇਲਾਕੇ ਚਲੇ ਗਏ ਤੁਸੀਂ, ਦੂਰੋਂ ਦੇਖਿਆ ਤੁਹਾਨੂੰ ਐਂ ਲੱਗੇ ਉਹ ਅੱਗੇ ਪਾਣੀ ਹੈ। ਹੈਗਾ ਉੱਥੇ ਸੁੱਕਾ ਥਾਂ, ਹੈ ਸੁੱਕਾ ਪਰ ਲੱਗ ਰਿਹਾ ਪਾਣੀ। ਇਸ ਤਰ੍ਹਾਂ ਹੋਵੇ ਸੱਚ ਤੇ ਲੱਗੇ ਝੂਠ, ਤੇ ਹੋਵੇ ਝੂਠ ਤੇ ਲੱਗੇ ਸੱਚ, ਇਹਨੂੰ ਕਹਿੰਦੇ ਨੇ ਭਰਮ। ਭਰਮ ਅੰਦਰੋਂ ਖਤਮ ਕਰ ਦਿੰਦਾ ਪਰਮਾਤਮਾ, ਅਸਲੀਅਤ ਪ੍ਰਗਟ ਕਰ ਦਿੰਦਾ। ਤਿੰਨ ਵਿੱਚੋਂ ਭਰਮ ਚੁਕਾਇਆ। ਨਾਨਕ ਸਤਿਗੁਰ ਐਸਾ ਜਾਣੀਏ। ਗੁਰੂ ਤਾਂ ਅਸਲ ਇਹੋ ਜਿਹਾ ਹੁੰਦਾ। ਕਿਹੋ ਜਿਹਾ? ਜੋ ਸਭ ਸਹਿ ਲਏ ਮਿਲਾਏ ਜੀ। ਜਿਹੜਾ ਵੀ ਉਹਨਾਂ ਦੀ ਸ਼ਰਨ 'ਚ ਆ ਜਾਏ, ਉਸ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਗੁਰੂ। ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਜਾਂਦੇ, ਇਸ ਲਈ ਗੁਰੂ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ ਨਹੀਂ ਹੈਗਾ। ਸ਼ਰਨ 'ਚ ਜਾਣ ਦਾ ਮਤਲਬ ਹੈ ਜਿਵੇਂ ਗੁਰੂ ਮਹਾਰਾਜ ਕਹਿਣ ਉਵੇਂ ਕਰਨਾ, ਉਹ ਹੈ ਸ਼ਰਨ 'ਚ ਜਾਣਾ। ਅਤੇ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਕਰਨਾ, ਇਹ ਬਹੁਤ ਔਖਾ ਕੰਮ ਹੈ। ਇਹ ਕੋਈ ਸੌਖਾ ਕੰਮ ਨਹੀਂ ਵੀ ਜਿਵੇਂ ਬਾਣੀ ਕਹਿ ਰਹੀ ਉਵੇਂ ਮਨੁੱਖ ਕਰੇ। ਇਹ ਬਹੁਤ ਔਖਾ ਹੈ। ਇਸ ਜੀਵਨ ਦਾ ਸਾਡਾ ਟੀਚਾ ਹੈ ਜਿੱਥੇ ਅਸੀਂ ਪਹੁੰਚਣਾ। ਹੌਲੀ ਹੌਲੀ ਅਸੀਂ ਆਪਣੇ ਜੀਵਨ ਨੂੰ ਬਾਣੀ ਅਨੁਸਾਰ ਕਰਦੇ ਜਾਣਾ, ਕਰਦੇ ਜਾਣਾ, ਕਰਦੇ ਜਾਣਾ। ਪਹਿਲਾਂ ਹਮੇਸ਼ਾ ਜਿਹੜੇ ਸੌਖੇ ਕੰਮ ਬਾਣੀ 'ਚ ਕਹੇ ਨੇ ਉਹ ਮੰਨਣੇ ਆਸਾਨ ਹੁੰਦੇ ਨੇ। ਫਰੋਮ ਈਜ਼ੀ ਟੂ ਡਿਫੀਕਲਟ, ਸਾਈਕੋਲੋਜੀ ਕਹਿੰਦੀ ਹੈ ਈਜ਼ੀ ਟੂ ਡਿਫੀਕਲਟ ਚਾਹੀਦਾ। ਪਹਿਲਾਂ ਸੌਖਾ ਜਿਹੜਾ ਕੰਮ ਹੈ ਉਹ ਕਰੋ, ਫਿਰ ਔਖਾ ਕਰੋ। ਪਹਿਲਾਂ ਜਿਹੜੇ ਸੌਖੇ ਸਵਾਲ ਇਮਤਿਹਾਨ 'ਚ ਉਹਨਾਂ ਨੂੰ ਹੱਲ ਕਰੋ, ਔਖਿਆਂ ਨੂੰ ਬਾਅਦ ਕਰੋ। ਜੇ ਤੁਸੀਂ ਪਹਿਲਾਂ ਔਖੇ ਨੂੰ ਹੱਥ ਪਾ ਲਿਆ ਅਤੇ ਉਹ ਸੋਲਵ ਨਹੀਂ ਹੋ ਰਿਹਾ, ਤੁਹਾਡਾ ਕਿੰਨਾ ਸਮਾਂ ਖਰਾਬ ਹੋ ਜਾਏਗਾ ਅਤੇ ਤੁਸੀਂ ਬੋਰ ਹੋ ਜਾਓਗੇ, ਬਾਕੀ ਦੇ ਪ੍ਰਸ਼ਨ ਵੀ ਚੰਗੀ ਤਰ੍ਹਾਂ ਨਹੀਂ ਹੋਣਗੇ। ਇਸ ਲਈ ਕੁਝ ਕੁ ਕੰਮ ਬਾਣੀ 'ਚ ਐਸੇ ਨੇ ਜਿਹੜੇ ਸਾਡੇ ਲਈ ਕੋਈ ਬਹੁਤੇ ਔਖੇ ਨਹੀਂ ਕਰਨੇ, ਸੌਖੇ ਨੇ। ਉਹਨਾਂ ਨੂੰ ਕਰਦੇ ਜਾਓ। ਜਦੋਂ ਆਪਾਂ ਦੇਖਿਆ ਵੀ ਇਹ ਆਪਾਂ ਕਰ ਲਿਆ, ਫਿਰ ਉਦੋਂ ਜਿਹੜਾ ਔਖਾ ਹੈ ਉਹਨੂੰ ਸ਼ੁਰੂ ਕਰ ਲਓ।
ਇਸ ਤਰ੍ਹਾਂ ਕਰਦਿਆਂ ਚਾਹੇ 2 ਜਨਮ 3 ਜਨਮ 4 ਜਨਮ 10 ਜਨਮ ਅਸੀਂ ਇਸ ਟੀਚੇ 'ਤੇ ਪਹੁੰਚਣਾ ਹੈ ਕਿ ਸਾਡਾ ਜੀਵਨ ਗੁਰਬਾਣੀ ਅਨੁਸਾਰ ਹੋ ਜਾਵੇ। ਜਿਉਂ ਜੀਵਨ ਗੁਰਬਾਣੀ ਅਨੁਸਾਰ ਹੋਈ ਜਾਏਗਾ ਅਸੀਂ ਸੁਖੀ ਹੁੰਦੇ ਹੀ ਜਾਵਾਂਗੇ। ਸਾਡਾ ਜੀਵਨ ਗੁਰਬਾਣੀ ਅਨੁਸਾਰ ਨਾ ਹੋਣ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਕਿਉਂ? ਜਦੋਂ ਗੁਰਬਾਣੀ ਅਨੁਸਾਰ ਜੀਵਨ ਨਹੀਂ ਹੋਵੇਗਾ ਤਾਂ ਇਹ ਬੰਦਾ ਗਲਤ ਕੰਮ ਕਰੇਗਾ। ਜਦੋਂ ਗਲਤ ਕੰਮ ਕਰੇਗਾ ਫਿਰ ਦੁੱਖ ਭੋਗੇਗਾ। ਜਦੋਂ ਜੀਵਨ ਗੁਰਬਾਣੀ ਅਨੁਸਾਰ ਗਲਤ ਕੰਮ ਹੀ ਨਹੀਂ ਕਰੇਗਾ ਆਪੇ ਸੁਖੀ ਰਹੇਗਾ। ਅਗਰ ਬੰਦਾ ਕੋਈ ਗਲਤ ਕੰਮ ਹੀ ਨਹੀਂ ਕਰਦਾ ਉਹ ਸੁਖੀ ਰਹਿਣ ਉਹਨੂੰ ਕਿਸੇ ਨੇ ਕੀ ਕਹਿਣਾ ਹੁੰਦਾ। ਤਾਂ ਕਰਕੇ ਵੀ ਅਸੀਂ ਭਾਣਾ ਮੰਨਣਾ ਔਖਾ ਹੈਗਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਜੇ ਬੰਦਾ ਹੌਲੀ ਹੌਲੀ ਜਿਹੜਾ ਸੌਖਾ ਭਾਣਾ ਉਹਨੂੰ ਮੰਨਣ ਲੱਗ ਜਾਏ ਫਿਰ ਉਦੋਂ ਔਖਾ ਇਸ ਤਰ੍ਹਾਂ ਚੱਲਦਾ ਜਾਏ, ਫਿਰ ਗੁਰੂ ਮਹਾਰਾਜ ਵੀ ਨਾਲ ਕਿਰਪਾ ਕਰਨੀ ਸ਼ੁਰੂ ਕਰ ਦਿੰਦੇ। ਮੰਨ ਲਓ ਆਪਾਂ 9ਵੀਂ ਮੰਜ਼ਿਲ 'ਤੇ ਪਹੁੰਚਣਾ ਹੈ ਅਤੇ ਜਿਹੜਾ ਹੈ ਉਹ ਲਿਫਟ ਉਹ ਠੀਕ ਨਹੀਂ ਹੈ। ਆਪਾਂ ਨੂੰ ਹੁਣ ਪੌੜੀਆਂ ਚੜ੍ਹਨਾ, ਆਪਾਂ ਚਲੋ ਹਿੰਮਤ ਕਰਦੇ ਵੀ ਚੱਲ ਠੀਕ ਹੈ ਯਾਰ ਪਹੁੰਚਣਾ ਤਾਂ ਹੈ ਹੀ ਹੈ, ਪੌੜੀਆਂ ਰਹੀ ਸਹੀ। ਇੱਕ ਮੰਜ਼ਿਲ ਚੜ੍ਹ ਗਏ, ਦੂਜੀ ਚੜ੍ਹ ਗਏ, ਤੀਜੀ ਚੜ੍ਹ ਗਏ, ਚੌਥੀ ਚੜ੍ਹ ਗਏ। ਗੁਰੂ ਮਹਾਰਾਜ ਦੇਖਦੇ ਨੇ ਮੇਰੇ ਵੱਲ ਨੂੰ ਟੀਸੀ 'ਤੇ ਆ ਰਿਹਾ ਹੈ, ਬਸ ਫਿਰ ਉਹ ਲਿਫਟ ਬਣ ਕੇ ਆ ਜਾਂਦੇ ਨੇ ਅਤੇ ਜਿਉਂ ਚੱਕਿਆ 9ਵੀਂ ਮੰਜ਼ਿਲ 'ਤੇ ਪਹੁੰਚ ਗਏ। ਤਾਂ ਹੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ। ਅਸੀਂ ਉਹਦੀ ਜੇ ਸ਼ਰਨ 'ਚ ਇੱਕ ਕਦਮ ਵੀ ਚੁੱਕਦੇ ਨਾ ਅਤੇ ਗੁਰੂ ਮਹਾਰਾਜ ਹੈ ਕਿ ਜਾਣੀ ਜਾਣ ਵੀ ਇਹ ਸੱਚੇ ਦਿਲੋਂ ਮੇਰੇ ਵੱਲ ਨੂੰ ਆ ਰਿਹਾ ਹੈ। ਅਤੇ ਗੁਰੂ ਮਹਾਰਾਜ ਅੱਗੋਂ ਆ ਕੇ ਲੈਣ ਆ ਜਾਂਦੇ ਨੇ, ਆਓ ਜੀ ਆਇਆਂ ਨੂੰ। ਕਈ ਵਾਰੀ ਉਹ ਆ ਤਾਂ ਜਾਂਦੇ ਨੇ, ਆਪਾਂ ਨੂੰ ਦਿਸਦੇ ਨਹੀਂ ਹੈਗੇ ਕਿਉਂਕਿ ਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਨਹੀਂ ਹੁੰਦੀ, ਦਿਸਣ ਕਰਕੇ ਸਾਨੂੰ ਵਿਸ਼ਵਾਸ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਦਿਸਦਾ ਉਹਨਾਂ ਨੇ ਲਿਖਿਆ ਕਿ ਵਾਕਈ ਹੀ ਗੁਰੂ ਆਉਂਦਾ ਅੱਗੇ ਲੈਣ ਆਪਣੇ ਸਿੱਖ ਨੂੰ, ਅਗਰ ਸਿੱਖ ਸੱਚੇ ਦਿਲੋਂ ਗੁਰੂ ਵੱਲ ਨੂੰ ਚੱਲ ਪਵੇ। ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀ। ਗੁਰੂ ਤਾਂ ਇਹੋ ਜਿਹਾ ਹੁੰਦਾ ਜਿਹੜਾ ਜੋ ਵੀ ਗੁਰੂ ਕੋਲੇ ਆ ਗਏ ਸ਼ਰਨ 'ਚ ਉਹ ਸਭ ਨੂੰ ਫਿਰ ਪਰਮਾਤਮਾ ਨਾਲ ਮਿਲਾਉਂਦਾ। ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਰਨ ਚੁਕਾਇਆ। ਇਹਨੂੰ ਅਹੰਕਰਨ ਪੜ੍ਹਨਾ ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੈ, ਕਰ ਨਹੀਂ ਪੜ੍ਹਨਾ। ਹੰਕਾਰ ਨੂੰ ਕਹਿੰਦੇ ਨੇ, ਪੂਰਾ ਸ਼ਬਦ ਅਹੰਕਰਨ। ਕਈ ਤਾਂ ਥੋੜ੍ਹਾ ਲਿਖੇ ਦਾ ਆੜਾ ਹਾਹੇ ਦੇ ਟਿੱਪੀ ਪਾਈ ਹੁੰਦੀ ਇੰਨਾ ਹੀ ਸਿਰਫ, ਉਹਨੂੰ ਅਹੰਗ ਨਹੀਂ ਪੜ੍ਹਨਾ। ਉਹ ਸੰਸਕ੍ਰਿਤ ਦਾ ਸ਼ਬਦ ਹੈ ਅਹੰਕਰਨ, ਹੰਕਾਰ ਨੂੰ ਕਹਿੰਦੇ ਨੇ। ਜਿਨ ਵਿੱਚੋਂ ਅਹੰਕਰਨ ਚੁਕਾਇਆ ਦੁਰਮਤਿ ਕਾ ਦੁੱਖ ਕਟਿਆ, ਭਾਗ ਬੈਠਾ ਮਸਤਕ ਆਏ ਜੀਅ। ਕਹਿੰਦੇ ਸਤਿਗੁਰ ਮਿਲਿਆ ਫਲ ਪਾਇਆ। ਸਤਿਗੁਰੂ ਨੂੰ ਮਿਲਣ ਨਾਲ ਫਲ ਪ੍ਰਾਪਤ ਹੁੰਦਾ ਹੈ। ਕੀ ਫਲ? ਜਿਨ ਵਿੱਚੋਂ ਅਹੰਕਾਰ ਚੁਕਾਇਆ, ਕਿਉਂਕਿ ਗੁਰੂ ਸਾਡੇ ਅੰਦਰ ਹੰਕਾਰ ਖਤਮ ਕਰ ਦਿੰਦਾ। ਹੰਕਾਰ ਸਾਨੂੰ ਪਰਮਾਤਮਾ ਨਾਲ ਮਿਲਣ ਨਹੀਂ ਦਿੰਦਾ। ਗੁਰੂ ਮਹਾਰਾਜ ਫਿਰ ਮਨੁੱਖ ਦੇ ਹੰਕਾਰ ਹੀ ਖਤਮ ਕਰ ਦਿੰਦੇ ਹਨ। ਇਹ ਸਭ ਤੋਂ ਵੱਡਾ ਫਲ ਸਾਨੂੰ ਪ੍ਰਾਪਤ ਹੋ ਗਿਆ ਗੁਰੂ ਤੋਂ। ਹੋਰ ਕੀ ਕਰਦੇ ਗੁਰੂ ਮਹਾਰਾਜ? ਦੁਰਮਤ ਕਾ ਦੁੱਖ ਕਟਿਆ। ਭੈੜੀ ਮੱਤ ਕਾਰਨ ਜਿਹੜਾ ਸਾਡੀ ਜ਼ਿੰਦਗੀ ਦੁੱਖ ਹੈ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਭੈੜੀ ਮੱਤ ਹੀ ਗੁਰੂ ਮਹਾਰਾਜ ਨੇ ਖਤਮ ਕਰ ਦੇਣੀ ਹੈ। ਜਦੋਂ ਆਪਾਂ ਗੁਰੂ ਦੇ ਕੋਲ ਆ ਗਏ, ਗੁਰੂ ਦੀ ਸ਼ਰਨ 'ਚ ਆ ਗਏ, ਤਾਂ ਸਾਡੀ ਜਿਹੜੀ ਇਹ ਮੱਤ ਹੀ ਬਦਲ ਦੇਣੀ ਪਰਮਾਤਮਾ ਨੇ। ਗੱਲ ਦੇ ਵਿਚਾਰ ਬਦਲਦੀ ਹੈ। ਜਿਹੋ ਜਿਹੇ ਸਾਡੇ ਵਿਚਾਰ ਉਹੋ ਜਿਹੇ ਸਾਡੇ ਕਰਮ। ਗੁਰੂ ਨੇ ਸਾਡੇ ਵਿਚਾਰ ਹੀ ਬਦਲ ਦੇਣੇ। ਭੈੜੇ ਵਿਚਾਰਾਂ ਤੋਂ ਸਾਨੂੰ ਸ਼ੁਭ ਵਿਚਾਰਾਂ 'ਤੇ ਲੈ ਆਉਣਾ। ਜਦੋਂ ਅਸੀਂ ਸੋਚਾਂਗੇ ਹੀ ਸ਼ੁਭ ਤਾਂ ਫਿਰ ਕਰਾਂਗੇ ਵੀ ਸ਼ੁਭ। ਜੇ ਸਾਡੀ ਸੋਚ ਹੀ ਨੀਵੀਂ ਹੈ, ਘਟੀਆ ਹੈ, ਤਾਂ ਅਸੀਂ ਕਰਮ ਵੀ ਫਿਰ ਘਟੀਆ ਕਰਾਂਗੇ।
ਦੁਰਮਤ ਕਾ ਦੁੱਖ ਘਟਿਆ। ਗੁਰੂ ਮਹਾਰਾਜ ਫਿਰ ਕਹਿੰਦੇ ਜਿਹੜਾ ਦੁਰਮਤ ਕਰ ਦੁੱਖ ਸੀ ਉਹ ਖਤਮ ਕਰ ਦਿੰਦੇ। ਭਾਗ ਬੈਠਾ ਮਸਤਕ ਆਏ ਜੀ। ਫਿਰ ਮੱਥੇ 'ਤੇ ਕਿਸਮਤ ਜਾਗ ਪੈਂਦੀ ਹੈ ਕਿ ਕਿਸਮਤ ਹੁੰਦੀ ਹੈ ਉਹ ਜਗਾਉਣੀ ਪੈਂਦੀ ਹੈ, ਉਹ ਜਗਾਉਣੀ ਪੈਂਦੀ। ਤੀਸਰੇ ਪਾਤਸ਼ਾਹ ਦਾ ਹੁੰਦਾ ਵੀ ਉਹ ਜਿਹੜਾ ਗੰਗਾ ਦਾ ਇਸ਼ਨਾਨ ਕਰਕੇ 20ਵੀਂ ਵਾਰ ਵਾਪਸ ਆ ਰਹੇ। ਅੰਬਾਲੇ ਦੇ ਨੇੜੇ ਇੱਕ ਪਲਾਣਾ ਪਿੰਡ ਹੈ, ਉੱਥੇ ਦੁਪਹਿਰ ਹੋ ਗਈ ਹੈ। ਉੱਥੇ ਇੱਕ ਪੰਡਿਤ ਨੇ, ਦੁਰਗਾ ਦੱਤ ਨੇ ਧਰਮਸ਼ਾਲਾ ਬਣਾਈ ਹੋਈ ਸੀ। ਗੁਰੂ ਮਹਾਰਾਜ ਰੋਟੀ ਪਾਣੀ ਖਾ ਕੇ ਉੱਥੇ ਲੇਟ ਗਏ, ਆਰਾਮ ਕਰ ਲਈ। ਫਿਰ ਦੁਪਹਿਰ ਤੋਂ ਬਾਅਦ ਫਿਰ ਚੱਲਣਾ। ਉਹਦੇ ਗੁਰੂ ਨਹੀਂ ਸਨ ਬਣੇ। ਪੰਡਿਤ ਅੰਦਰੋਂ ਨਿਕਲਿਆ, ਉਹਨੇ ਗੁਰੂ ਮਹਾਰਾਜ ਦੇ ਚਰਨ ਵੇਖੇ, ਇੱਥੇ ਤਾਂ ਪਦਮ ਹੈ। ਉਹਨੇ ਮੱਥਾ ਟੇਕਦਾ, ਕਿਉਂਕਿ ਜੋਤਿਸ਼ ਵਿੱਦਿਆ ਅਨੁਸਾਰ ਜਿਹਦੇ ਪੈਰਾਂ 'ਚ ਪਦਮ ਹੋਵੇ ਉਹ ਜਾਂ ਤਾਂ ਬਹੁਤ ਵੱਡਾ ਚੱਕਰਵਰਤੀ ਰਾਜਾ ਹੁੰਦਾ ਜਾਂ ਬਹੁਤ ਵੱਡਾ ਉਹ ਮਹਾਤਮਾ ਹੁੰਦਾ ਹੈ। ਉਹਨਾਂ ਸਮਝਿਆ ਵੀ ਪਹਿਰਾਵਾ ਰਾਜਿਆਂ ਵਾਲਾ ਤਾਂ ਹੈ ਨਹੀਂ, ਇਹਦੇ ਵਿੱਚ ਕੋਈ ਬਹੁਤ ਵੱਡਾ ਮਹਾਤਮਾ ਹੈ। ਅਤੇ ਉਸ ਪੰਡਿਤ ਨੇ ਸਤਿਕਾਰ ਵਜੋਂ ਗੁਰੂ ਮਹਾਰਾਜ ਨੂੰ ਮੱਥਾ ਟੇਕਦਾ। ਜਦੋਂ ਉਹਨੇ ਹੱਥਾਂ ਨਾਲ ਗੁਰੂ ਮਹਾਰਾਜ ਦੇ ਚਰਨ ਸਪਰਸ਼ ਕੀਤੇ, ਗੁਰੂ ਮਹਾਰਾਜ ਜਾਗ ਪਏ। ਕਹਿੰਦੇ ਉਹ ਪੰਡਿਤ ਜੀ, ਮੱਥਾ ਤਾਂ ਮੈਂ ਤੁਹਾਨੂੰ ਟੇਕਣਾ, ਤੁਸੀਂ ਮੈਨੂੰ ਟੇਕੀ ਜਾਂਦੇ ਹੋ। ਚਲੋ ਗੁਰੂ ਉੱਠ ਬੈਠੇ, ਗੱਲਾਂ ਬਾਤਾਂ ਲੱਗ ਗਏ ਕਰਨ। ਕਹੇ ਜੀ ਮੈਂ ਤਾਂ ਮੱਥਾ ਟੇਕਿਆ ਵੀ ਤੁਸੀਂ ਕੋਈ ਬਹੁਤ ਵੱਡੇ ਮਹਾਤਮਾ ਹੋ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਕੋਈ ਮਹਾਤਮਾ ਨਹੀਂ ਹੈਗੇ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ? ਕਿਉਂਕਿ ਨਾ ਜੀ ਅਸੀਂ ਅਜੇ ਤਾਂ ਮਹਾਤਮਾ ਨਹੀਂ ਹੈਗੇ, ਉਸ ਤਾਂ ਅਜੇ ਸਧਾਰਨ ਬੰਦੇ ਆ, ਗੰਗਾ ਦੇ ਇਸ਼ਨਾਨ ਕਰਨ ਜਾਂਦੇ। ਉਹ ਗੱਲਾਂ ਬਾਤਾਂ ਕਰ ਰਿਹਾ। ਗੱਲਾਂ ਬਾਤਾਂ ਕਰਦਿਆਂ ਪੰਡਿਤ ਨੂੰ ਪਤਾ ਲੱਗ ਗਿਆ ਵੀ ਬਾਬਾ ਅਮਰਦਾਸ ਜੀ ਅਜੇ ਨਿਗੁਰੇ ਹਨ। ਉਹ ਕਹਿੰਦਾ ਓਹੋ, ਕਹਿੰਦੇ ਬਜ਼ੁਰਗੋ ਤੁਹਾਡੇ ਮੱਥੇ 'ਤੇ ਬਹੁਤ ਵੱਡਾ ਮਹਾਤਮਾ ਬਣਨਾ ਲਿਖਿਆ ਹੋਇਆ ਹੈ, ਪਰ ਤੁਸੀਂ ਨਿਗੁਰੇ ਹੋ, ਇਸ ਲਈ ਤੁਹਾਡੇ ਭਾਗ ਜਾਗੇ ਨਹੀਂ ਹੈਗੇ। ਤੁਸੀਂ ਗੁਰੂ ਧਾਰਨ ਕਰੋ, ਤੁਹਾਡੇ ਭਾਗ ਜਾਗ ਪੈਣਗੇ। ਗੁਰੂ ਮਹਾਰਾਜ ਅੱਛਾ ਭਾਈ, ਪਰਮਾਤਮਾ ਭਲੀ ਕਰੇ। ਗੁਰੂ ਮਹਾਰਾਜ ਉਸ ਨੂੰ ਦਕਸ਼ਿਣਾ ਦੇਣ ਲੱਗੇ, ਜਾਣ ਲੱਗੇ। ਉਹ ਕਹਿੰਦਾ ਹੁਣ ਨਹੀਂ ਮੈਂ ਲੈਣੀ ਦਕਸ਼ਿਣਾ ਜੀ, ਜਦੋਂ ਤੁਸੀਂ ਬਹੁਤ ਵੱਡੇ ਮਹਾਤਮਾ ਬਣ ਜਾਓਗੇ ਫਿਰ ਦਕਸ਼ਿਣਾ ਲਾਂਗਾ। ਕਿ ਚੰਗਾ ਭਾਈ ਉਦੋਂ ਸਹੀ। ਗੁਰੂਆਂ 'ਚ ਫਿਰ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਧਾਰਨ ਕੀਤਾ। ਦੇਖੋ ਸਮਾਂ ਪਾ ਕੇ ਆਪ ਗੁਰੂ ਹੋ ਗਏ, ਸਮਾਂ ਪਾ ਕੇ ਆਪ ਗੁਰੂ ਹੋ ਗਏ। ਦੁਬਾਰਾ 21ਵੀਂ ਵਾਰ ਫਿਰ ਯਾਤਰਾ 'ਤੇ ਗਏ ਨੇ, ਫਿਰ ਯਾਤਰਾ 'ਤੇ ਗਏ ਗੰਗਾ ਨੂੰ, ਉਹ ਪ੍ਰਚਾਰ ਕਰਦੇ ਗਏ। ਉੱਥੇ ਪਿੰਡ ਫਿਰ ਪਹੁੰਚੇ ਨੇ। ਕਹਿੰਦੇ ਪਤਾ ਕਰੋ ਵੀ ਫਲਾਣਾ ਪੰਡਿਤ ਇੱਥੇ ਹੈ? ਕਹਿੰਦੇ ਹੈ। ਕਿ ਸੱਦ ਕੇ ਲੈ। ਪੰਡਿਤ ਹੈ, ਕਹਿੰਦੇ ਪੰਡਿਤ ਜੀ ਤੁਹਾਡੀ ਭਵਿੱਖਬਾਣੀ ਬਿਲਕੁਲ ਠੀਕ ਹੋਈ ਹੈ, ਮੰਗੋ ਕੀ ਮੰਗਦੇ ਹੋ? ਕਿਉਂਕਿ ਤੁਸੀਂ ਕਿਹਾ ਸੀ ਮੈਂ ਉਦੋਂ ਦਕਸ਼ਿਣਾ ਲਾਂਗਾ ਜਦੋਂ ਤੁਸੀਂ ਮਹਾਤਮਾ ਹੋ ਜਾਓਗੇ, ਮੰਗੋ ਕੀ ਮੰਗਦੇ ਹੋ? ਕਹਿੰਦਾ ਦੇਖੋ ਜੀ, ਜੇ ਤਾਂ ਮੈਂ ਮਾਇਆ ਮੰਗਦਾ ਹਾਂ, ਠੀਕ ਹੈ, ਜੇ ਤਾਂ ਮੈਂ ਮਾਇਆ ਮੰਗਦਾ ਹਾਂ ਤਾਂ ਫਿਰ ਠੀਕ ਹੈ, ਮੈਂ ਅਮੀਰ ਤਾਂ ਹੋ ਜਾਵਾਂਗਾ, ਅਤੇ ਪਰ ਮੇਰੇ ਪੁੱਤਰ ਕੋਈ ਨਹੀਂ। ਜੇ ਮੈਂ ਪੁੱਤਰ ਮੰਗਦਾ ਤਾਂ ਮੈਨੂੰ ਫਿਰ ਮਾਇਆ ਨਹੀਂ ਮਿਲਣੀ। ਕਿਰਪਾ ਕਰੋ ਮੈਨੂੰ ਪੁੱਤਰ ਵੀ ਦਿਓ ਅਤੇ ਮੈਨੂੰ ਮਾਇਆ ਵੀ ਦਿਓ। ਗੁਰੂ ਮਹਾਰਾਜ ਚੰਗਾ ਪਾਏ, ਖੁਸ਼ ਹੋ ਗਏ, ਕਿ ਤੈਨੂੰ ਦੋਨੋਂ ਹੀ ਦਿੱਤੇ। ਭਾਗ ਇਸ ਤਰ੍ਹਾਂ ਜਗਾਉਣੇ ਪੈਂਦੇ ਨੇ। ਕਈ ਵਾਰੀ ਮਨੁੱਖ ਦੇ ਭਾਗਾਂ 'ਚ ਲਿਖਿਆ ਹੁੰਦਾ, ਪਰ ਹਾਲਾਤ ਨਹੀਂ ਉਹੋ ਜਿਹੇ ਬਣੇ ਹੁੰਦੇ ਭਾਗ ਜਗਾਉਣ ਲਈ। ਜਦੋਂ ਫਿਰ ਭਜਨ ਬੰਦਗੀ ਬੰਦਾ ਕਰਦਾ ਫਿਰ ਇਹਦੇ ਭਾਗ ਜਾਗਦੇ ਨੇ। ਫਿਰ ਇਸ ਲਈ ਕਹਿੰਦੇ ਭਾਗ ਬੈਠਾ ਮਸਤਕ ਆਏ ਜੀ। ਫਿਰ ਜਿਹੜਾ ਹੈ ਉਹਦੀ ਕਿਸਮਤ ਮੱਥੇ 'ਤੇ ਪ੍ਰਗਟ ਹੋ ਜਾਂਦੀ ਹੈ। ਅੰਮ੍ਰਿਤ ਤੇਰੀ ਬਾਣੀਆਂ, ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਸੁਖ ਸੇਵਾ ਅੰਦਰ ਰੱਖਿਆ, ਆਪਣੀ ਨਜ਼ਰ ਕਰੈ ਨਿਸਤਾਰ ਜੀਓ। ਅੰਮ੍ਰਿਤ ਤੇਰੀ ਬਾਣੀ ਹੈ ਪਰਮਾਤਮਾ, ਤੇਰੀ ਬਾਣੀ ਅੰਮ੍ਰਿਤ ਹੈ, ਜੀਵ ਨੂੰ ਅਮਰ ਕਰ ਦੇਣ ਵਾਲੀ ਹੈ। ਅੰਮ੍ਰਿਤ ਅਮ੍ਰਿਤ, ਮ੍ਰਿਤ ਮੌਤ ਨੂੰ ਕਹਿੰਦੇ, ਮ੍ਰਿਤਿੂ ਜਿਹਨੂੰ ਕਹਿੰਦੇ ਨੇ। ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲੇ, ਭਾਵ ਅਮਰ ਕਰ ਦੇਣ ਵਾਲੇ।
हे परमात्मा, तेरी बाणी अमर कर देने वाली ते अमृत है। तेरिया भगतां हृदय समाणियां, ये जे तेरी बाणी ने तेरे भगतां दे हिरदे च वसती है। हिरदे दे विच वसती है। सुख सेवा अंदर रखे, अपनी नज़र करें निस्तार जियो। तू अपने भगतां नूं कहंदे सेवा करन ते लाया रखा है। सुख देण वाली सेवा ते तू ला रखा है। फिर अपनी नज़र करे निस्तार जियो। फिर उन्हें ते आप ही किरपा दृष्टि करके उन्हें तो तू पार उतारा कर दिंदा। निस्तार हुंदा पार उतारा कर दे, इस भाव संगत तो पार कर दिंदा। तेरे भगतां नूं तेरी बाणी अमृत लगदी है, वो इस नूं हिरदे 'च वसा लैंदे ने। तेरे सुख देने वाली सेवा भाव सिमरन करते रहिंदे ने। फिर तू उन्हां दी किरपा दृष्टि करके उन्हां दा पार उतारा कर दिंदा है। सतगुर मिलिया जाणीए, जित मिले नाम वखाणीए। सतगुर बाझ न पायो, सब थकी कर्म कमाए जियो। सतगुर मिलिया जाणी, गुरु ਨੂੰ ਉਦੋਂ ਹੀ ਮਿਲਿਆ ਹੋਇਆ ਸਮਝੋ। ਕਦੋਂ? ਜਿਤ ਮਿਲਿਆ ਨਾਮ ਵਖਾਣੇ, ਜਿਸ ਨੂੰ ਮਿਲ ਕੇ ਬੰਦਾ ਨਾਮ ਜਪੇ। ਸਮਝੋ ਹੁਣ ਗੁਰੂ ਮਿਲਿਆ। ਗੁਰੂ ਮਿਲੇ ਦੀ ਨਿਸ਼ਾਨੀ ਕੀ ਹੈ ਕਿ ਬੰਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਸਤਿਗੁਰ ਬਾਝ ਨਾ ਪਾਇਓ, ਸਤਿਗੁਰੂ ਤੋਂ ਬਿਨਾਂ ਪਰਮਾਤਮਾ ਮਿਲਦਾ ਹੀ ਨਹੀਂ ਹੈ। ਸਭ ਥੱਕੀ ਕਰਮ ਕਮਾਏ ਜੀ। ਹਰ ਇੱਕ ਬੰਦਾ ਧਾਰਮਿਕ ਕਰਮ ਕਰ ਕਰਕੇ ਥੱਕ ਜਾਂਦਾ ਹੈ, ਪਰ ਉਹ ਗੁਰੂ ਵਾਲਾ ਨਾ ਹੋਣ ਕਰਕੇ ਧਾਰਮਿਕ ਕਰਮ ਤੇ ਕਰਦਾ ਰਹਿੰਦਾ ਹੈ, ਪਰ ਨਿਗੁਰਾ ਹੋਣ ਕਰਕੇ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਉਂਝ ਭਜਨ ਬੰਦਗੀ ਕਰਦੇ ਰਹਿਣਾ ਚਾਹੀਦਾ, ਭਾਵੇਂ ਬੰਦਾ ਜੇ ਨਿਗੁਰਾ ਹੈ। ਇਹ ਨਹੀਂ ਕੋਈ ਭਜਨ ਬੰਦਗੀ ਨਾ ਕਰੋ, ਬਾਣੀ ਪੜ੍ਹਦੇ ਰਹੋ, ਨਾਮ ਵੀ ਜਪਦੇ ਰਹੋ। ਉਹ ਕੀ ਹੋਏਗਾ? ਸਮਾਂ ਪਾ ਕੇ ਫਿਰ ਪਰਮਾਤਮਾ ਦੀ ਕਿਰਪਾ ਹੋ ਜਾਏਗੀ, ਤੁਹਾਡਾ ਮਨ ਆਪੇ ਹੀ ਤਿਆਰ ਹੋ ਜਾਵੇਗਾ ਅਤੇ ਤੁਸੀਂ ਫਿਰ ਗੁਰੂ ਵਾਲੇ ਹੋ ਜਾਵੋਗੇ। ਇਸ ਲਈ ਪਹਿਲਾਂ ਬੰਦੇ ਨੂੰ ਬਾਣੀ ਨਾਲ ਜੋੜਿਆ ਜਾਂਦਾ। ਪਹਿਲੇ ਇਹਨੂੰ ਉਹਨੂੰ ਕਿਹਾ ਜਾਂਦਾ ਤੂੰ ਗੁਰੂ ਵਾਲਾ ਬਣ, ਉਹਦੇ ਲਈ ਬਣਨਾ ਔਖਾ ਹੈ। ਉਹਨੂੰ ਪਹਿਲਾਂ ਬਾਣੀ ਨਾਲ ਜੋੜਿਆ ਜਾਂਦਾ। ਹੁਣ ਅਸੀਂ ਕੀ ਕਰਦੇ ਹਾਂ? 28 ਸਾਲਾਂ ਤੋਂ ਸੰਥਿਆ ਦੇ ਰਹੇ, ਕਿਸੇ ਨੂੰ ਕਹਿੰਦੇ ਨਹੀਂ ਵੀ ਤੁਸੀਂ ਅੰਮ੍ਰਿਤ ਛਕੋ ਜੀ। ਜਿਉਂ-ਜਿਉਂ ਬਾਣੀ ਨਾਲ ਜੁੜਦਾ ਹੈ, ਬਾਣੀ ਪੜ੍ਹਦਾ ਹੈ, ਉਹਨੂੰ ਗੱਲ ਸਮਝ ਆਉਂਦੀ ਹੈ, ਆਪਣੇ ਆਪ ਹੀ ਉਹਦਾ ਮਨ ਤਿਆਰ ਹੋ ਜਾਂਦਾ ਅਤੇ ਫਿਰ ਅੰਮ੍ਰਿਤ ਛਕ ਲੈਂਦਾ ਸਮਾਂ ਪਾ ਕੇ। ਕਿਉਂ? ਪਹਿਲਾਂ ਉਹਦਾ ਭਾਂਡਾ ਤਿਆਰ ਕਰਨਾ। ਅੰਮ੍ਰਿਤ ਪਵਾਉਣ ਲਈ ਭਾਂਡਾ ਚਾਹੀਦਾ, ਭਾਂਡਾ ਹੈ ਨਹੀਂ। ਬਾਣੀ ਪੜ੍ਹ ਕੇ ਉਹਦਾ ਭਾਂਡਾ ਤਿਆਰ ਹੋ ਜਾਏਗਾ। ਜਦੋਂ ਭਾਂਡਾ ਤਿਆਰ ਹੋ ਜਾਏਗਾ ਫਿਰ ਅੰਮ੍ਰਿਤ ਦੀ ਦਾਤ ਵੀ ਮਿਲ ਜਾਏਗੀ, ਦਾਤ ਵੀ ਮਿਲ ਜਾਏਗੀ। ਇਹ ਭਾਂਡਾ ਹੋਣਾ ਜ਼ਰੂਰੀ ਹੈ। ਜੇ ਭਾਂਡਾ ਤਿਆਰ ਨਹੀਂ, ਤੁਸੀਂ ਅੰਮ੍ਰਿਤ ਛਕ ਲਿਆ ਨਾ, ਮਹੀਨੇ ਬਾਅਦ ਛੱਡ ਦੋਗੇ, ਕਿਰਪਾਨ ਕਰੂਣ ਲਾ ਕੇ ਰੱਖ ਦੋਗੇ। ਕਿਉਂ? ਭਾਂਡਾ ਤੁਹਾਡੇ ਕੋਲ ਹੈ ਨਹੀਂ ਸੀ, ਅੰਮ੍ਰਿਤ ਤੁਸੀਂ ਲੈ ਲਿਆ, ਪਵਾਓਗੇ ਕਿਸੇ। ਅੰਮ੍ਰਿਤ ਨੂੰ ਸਾਂਭਣ ਲਈ ਭਾਂਡਾ ਵੀ ਤਾਂ ਚਾਹੀਦਾ ਨਾ। ਭਾਂਡਾ ਬੰਦੇ ਕੋਲ ਹੈ ਨਹੀਂ, ਇਸ ਲਈ ਕਿੱਥੇ ਪਵਾਓਗੇ। ਉਹ ਮੈਨੂੰ ਮਹਾਂਪੁਰਖ ਯਾਦ ਆ ਜਾਂਦੇ ਨੇ। ਕੋਈ ਦੇਹਧਾਰੀ ਗੁਰੂ ਕੋਲ ਚਲਿਆ ਗਿਆ, ਇਸ ਵੇਲੇ ਤਾਂ ਸਵਰਗਵਾਸ ਹੋ ਗਏ ਮਹਾਂਪੁਰਖ। ਸਿੱਖ ਸੀ, ਖੁੱਲ੍ਹਾ ਦਾੜਾ ਉਹਦਾ, ਲਾਈਨ 'ਚ ਲੱਗਾ ਹੋਇਆ, ਵਾਰੀ ਆ ਗਈ। ਮੈਂ ਜੀ ਨਾਮ ਲੈਣਾ। ਉਹ ਕਹਿੰਦਾ ਤੈਨੂੰ ਨਹੀਂ ਮਿਲ ਸਕਦਾ। ਨਹੀਂ ਜੀ ਮੈਂ ਬਹੁਤ ਦੂਰੋਂ ਆਇਆ, ਮੈਂ ਨਾਮ ਲੈਣਾ। ਕਹਿੰਦੇ ਭਾਈ ਤੈਨੂੰ ਨਾਮ ਨਹੀਂ ਮਿਲ ਸਕਦਾ। ਕਹਿੰਦਾ ਜੀ ਵੀ ਕਿਉਂ ਨਹੀਂ ਮਿਲ ਸਕਦਾ? ਕਹਿੰਦੇ ਬਸ ਨਹੀਂ ਮਿਲ ਸਕਦਾ। ਕਹਿ ਨਹੀਂ ਜੀ ਮੈਨੂੰ ਪਤਾ ਤਾਂ ਲੱਗੇ ਨਾ, ਮੈਨੂੰ ਨਾਮ ਕਿਉਂ ਨਹੀਂ ਮਿਲ ਸਕਦਾ। ਕਹਿੰਦੇ ਤੇਰਾ ਭਾਂਡਾ ਹੀ ਤਿਆਰ ਨਹੀਂ ਹੈਗਾ। ਕਹਿ ਜੀ ਮੇਰਾ ਭਾਂਡਾ ਕਿਉਂ ਨਹੀਂ ਤਿਆਰ ਹੈ? ਕਹਿੰਦੇ ਤੂੰ ਪਿਛਲੇ ਜਨਮ 'ਚ ਇੱਲ ਸੀ। ਕਹਿ ਜੀ ਮੈਂ ਇੱਲ ਸੀ ਅਤੇ ਫਿਰ ਮੈਂ ਕੀ ਬੰਦਾ ਕਿਵੇਂ ਬਣ ਗਿਆ? ਉਹ ਕਹਿ ਤੂੰ ਨਾ ਪਿਛਲੇ ਜਨਮ 'ਚ ਇੱਲ ਸੀ ਅਤੇ ਗੁਰਦੁਆਰੇ ਦੇ ਉੱਤੇ ਉੱਡਿਆ ਕਰਦੀ ਸੀ।
ਗੁਰਦੁਆਰਾ ਜਿਹੜਾ ਜੂਠਾ ਲੰਗਰ ਸੀ ਉਹ ਤੂੰ ਆ ਕੇ ਠੁੰਗ ਮਾਰਿਆ ਕਰਦੀ ਸੀ ਅਤੇ ਉਹ ਲੰਗਰ ਛਕਦੀ ਜੂਠਾ। ਇਸ ਤਰ੍ਹਾਂ ਕਈ ਸਾਲ ਉਹ ਜੂਠਾ ਲੰਗਰ ਛਕਣ ਕਾਰਨ ਤੈਨੂੰ ਮਨੁੱਖਾ ਜੀਵਨ ਮਿਲ ਗਿਆ, ਪਰ ਤੇਰੀ ਪਿਛਲੇ ਜਨਮਾਂ ਦੀ ਕੋਈ ਭਜਨ ਬੰਦਗੀ ਨਹੀਂ, ਤੇਰਾ ਭਾਂਡਾ ਤਿਆਰ ਨਹੀਂ ਹੈ, ਇਸ ਲਈ ਤੈਨੂੰ ਨਾਮ ਨਹੀਂ ਮਿਲ ਸਕਦਾ। ਉਹ ਕਹਿੰਦੀ ਫਿਰ ਮੈਂ ਅੰਮ੍ਰਿਤ ਛਕ ਲਾਂਗਾ। ਕਹਿੰਦੇ ਛਕ ਲੈ, ਉਹਦੇ ਲਈ ਵੀ ਤਾਂ ਭਾਂਡਾ ਚਾਹੀਦਾ। ਤੇਰਾ ਭਾਂਡਾ ਤਿਆਰ ਨਹੀਂ, ਜੇ ਤੂੰ ਅੰਮ੍ਰਿਤ ਛਕੇਂਗਾ ਤੂੰ ਮਹੀਨੇ 2 ਮਹੀਨੇ ਬਾਅਦ ਛੱਡ ਦੇਂਗਾ। ਉਹਨੂੰ ਗੱਲ ਸਮਝ ਆ ਗਈ। ਕਹਿੰਦੀ ਫਿਰ ਮੈਂ ਕੀ ਕਰਾਂ? ਕਹਿੰਦੇ ਕੀ? ਕਹਿੰਦੇ ਸੁਣ, ਇਸ ਜਨਮ 'ਚ ਤੂੰ ਕਰ ਸਤ ਸੰਗਤ ਕਰ ਅਤੇ ਸੇਵਾ ਕਰ, ਇਹ ਤੇਰੀ ਮਰਜ਼ੀ। ਸਾਡੇ ਡੇਰੇ 'ਤੇ ਕਰ ਲੈ, ਤੇਰੀ ਮਰਜ਼ੀ ਆਪਣੇ ਪਿੰਡ ਸ਼ਹਿਰ ਦੇ ਗੁਰਦੁਆਰੇ 'ਚ ਕਰ ਲੈ, ਅਸੀਂ ਤੈਨੂੰ ਮਜਬੂਰ ਨਹੀਂ ਕਰਦੇ ਵੀ ਸਾਡੇ ਇੱਥੇ ਕਰ ਸੇਵਾ, ਜਿੱਥੇ ਤੇਰੀ ਮਰਜ਼ੀ ਕਰ ਲੈ। ਸਤ ਸੰਗਤ ਕਰ, ਸੇਵਾ ਕਰ, ਇਸ ਜਨਮ ਤੂੰ ਇਹ ਕੰਮ ਕਰ, ਫਿਰ ਤੇਰਾ ਭਾਂਡਾ ਤਿਆਰ ਹੋ ਜਾਏਗਾ, ਅਗਲੇ ਜਨਮ 'ਚ ਆਪੇ ਬਿਧ ਬਣ ਜਾਏਗੀ, ਆਪੇ ਬਿਧ ਬਣ ਜਾਏਗੀ। ਸੋ ਇਸ ਲਈ ਗੁਰੂ ਮਹਾਰਾਜ ਜਦੋਂ ਕਿਸੇ ਨੂੰ ਦਾਤ ਦੇ ਪਹਿਲਾਂ ਤਾਂ ਭਾਂਡਾ ਵੇਖਦੇ ਨੇ ਵੀ ਭਾਂਡਾ ਤਿਆਰ ਹੋ ਗਿਆ। ਬਾਣੀ ਪੜ੍ਹੀ ਜਾਓ ਪੜ੍ਹੀ ਜਾਓ, ਤੁਹਾਡਾ ਭਾਂਡਾ ਤਿਆਰ ਹੋ ਜਾਏਗਾ। ਜਦੋਂ ਭਾਂਡਾ ਤਿਆਰ ਹੋ ਗਿਆ ਤੁਹਾਡੇ ਆਪਣੇ ਮਨ ਕਰਨਾ। ਕਈਆਂ ਦਾ ਹੁਣ ਮਨ ਨਹੀਂ ਕਰ ਰਿਹਾ ਅੰਮ੍ਰਿਤ ਛਕਣ ਨੂੰ, ਪਰ ਜੋ ਤੁਸੀਂ ਬਾਣੀ ਪੜ੍ਹੀ ਜਾਓਗੇ ਪੜ੍ਹਦੇ ਰਹੋਗੇ, 2-4 ਸਾਲ ਪੜ੍ਹਦੇ ਰਹੋਗੇ, ਇਸ ਬਾਣੀ ਨੇ ਤੁਹਾਡੇ ਅੰਦਰ ਭਾਂਡਾ ਤਿਆਰ ਕਰ ਜਿਸ ਤੁਸੀਂ ਅੰਮ੍ਰਿਤ ਪਾਉਣਾ। ਜਦੋਂ ਤੁਹਾਡਾ ਭਾਂਡਾ ਤਿਆਰ ਹੋ ਗਿਆ ਤੁਹਾਡਾ ਆਪਣੇ ਆਪ ਹੀ ਮਨ ਕਰ ਆਉਣਾ ਵੀ ਚੱਲੀਏ ਵੀ ਅੰਮ੍ਰਿਤ ਛਕ ਕੇ ਆਈਏ। ਇਸ ਲਈ ਪਹਿਲਾਂ ਬਾਣੀ ਪੜ੍ਹੋ, ਅੰਮ੍ਰਿਤ ਛਕਣ ਲਈ ਕਾਹਲ ਨਹੀਂ ਕਰਨੀ। 2-4 ਸਾਲ ਬਾਣੀ ਪੜ੍ਹੋ, ਆਪਣਾ ਭਾਂਡਾ ਤਿਆਰ ਕਰ ਲਓ, ਫਿਰ ਜਦੋਂ ਤੁਸੀਂ ਉਹ 'ਚ ਅੰਮ੍ਰਿਤ ਪਾਵੋਗੇ ਨਾ ਉਹ ਡੁੱਲੇਗਾ ਨਹੀਂ, ਤੁਹਾਡੇ ਕੋਲ ਹੀ ਰਹੇਗਾ। ਫਿਰ ਤੁਸੀਂ 5 ਕਕਾਰਾਂ ਦੇ ਧਾਰਨੀ ਹੀ ਰਹੋਗੇ, ਇਹਨਾਂ ਨੂੰ ਛੱਡੋਗੇ ਨਹੀਂ। ਤਾਂ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਬਾਝ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀ। ਸਾਰੇ ਧਾਰਮਿਕ ਕੰਮ ਕਰ ਕਰਕੇ ਥੱਕ ਗਏ, ਪਰ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਉ ਸਤਿਗੁਰ ਵਿਟੋਂ ਘੁਮਾਇਆ, ਜਿਨ ਭਰਮ ਭੂਲਾ ਮਾਰਗ ਪਾਇਆ। ਇਹਨੂੰ ਭਰਮ ਨਹੀਂ ਪੜ੍ਹਨਾ, ਹਿੰਦੀ ਦੇ ਸ਼ਬਦ, ਹਿੰਦੀ ਕਹਿੰਦੇ ਭ੍ਰਮ। ਆਪ ਕੋ ਭ੍ਰਮ ਹੈ, ਆਪ ਕੋ ਡਾਊਟ ਹੈ। ਪੰਜਾਬੀ ਕਹਿੰਦੇ ਨੇ ਭਰਮ, ਭੱਬਾ ਰਾਰਾ ਮੰਮਾ ਜਦੋਂ ਪੂਰਾ ਪਾਏਗਾ ਫਿਰ ਪੜ੍ਹਨਾ ਭਰਮ। ਜਦੋਂ ਪੈਰ 'ਚ ਪਾਇਆ ਫਿਰ ਹਿੰਦੀ ਦਾ ਹੋ ਜਾਂਦਾ, ਅਤੇ ਹਿੰਦੀ ਜੇ ਬੋਲਦੇ ਭਰਮ, ਹਿੰਦੀ ਕੇ ਭ੍ਰਮ। ਆਪਾਂ ਪੰਜਾਬੀ ਵਾਲੇ ਫਿਰ ਥੋੜ੍ਹੇ ਪੰਜਾਬੀ ਉਹਦੀ ਬਣਾ ਲਏ ਉਚਾਰਨ 'ਚ ਭਰਮ। ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀ। ਹਉ ਸਤਿਗੁਰ ਵਿਟੋਂ, ਵਿਟੋਂ ਹੁੰਦਾ ਤੂੰ, ਵਿਟੋਂ ਹਾਹੇ 'ਤੇ ਟਿੱਪੀ। ਹਉ ਹੁੰਦਾ ਮੈਂ ਸਤਿਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਘੁਮਾਇਆ ਕੁਰਬਾਨ ਕਰਦਾ, ਵਾਰੀ ਜਾਂਦਾ, ਸਦਕੇ ਜਾਂਦਾ ਹਾਂ। ਕਿਉਂ ਜਾਨਾ, ਕਿਉਂ ਸਦਕੇ ਜਾਨਾ ਗੁਰੂ ਤੋਂ? ਜਿਨ ਭਰਮ ਭੁੱਲਾ ਮਾਰਗ ਪਾਇਆ। ਮੈਂ ਭਰਮ 'ਚ ਪੈ ਕੇ ਰੱਬ ਨੂੰ ਗਿਆ ਭੁੱਲ, ਹੁਣ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਮੈਨੂੰ ਸਿੱਧੇ ਰਾਹ ਪਾਤਾ। ਮੈਂ ਭਰਮ 'ਚ ਭੁੱਲਿਆ ਹੋਇਆ ਸੀ, ਮੇਰਾ ਭਰਮ ਦੂਰ ਕਰਕੇ ਮੈਨੂੰ ਹੁਣ ਸਿੱਧੇ ਰਾਹ ਪਾਤਾ। ਜੇ ਸਿੱਧਾ ਰਾਹ ਫਿਰ ਛੇਤੀ ਬੰਦਾ ਕਵਰ ਕਰ ਲੈਂਦਾ, ਜੇ ਵਿੰਗੇ ਟੇਢੇ ਰਾਹ ਰਹੀ ਜਾਏਗਾ ਤਾਂ ਉਹਨੂੰ ਟਾਈਮ ਲੱਗੇਗਾ। ਕਹਾਵਤ ਹੈ ਟਾਂਗੇ ਵਾਲਾ ਵੀ ਲਾਹੌਰ ਅਤੇ ਮਾਈ ਬੁੱਢੀ ਵੀ ਲਾਹੌਰ। ਇੱਕ ਮਾਈ ਨੇ ਲਾਹੌਰ ਜਾਣਾ ਸੀ ਪਿੰਡ ਤੋਂ, ਟਾਂਗੇ ਵਾਲਾ ਸੀ। ਉਹਨੂੰ ਕਹੇ ਭਾਈ ਕੀ ਲੈ, ਉਹਨੇ ਇੰਨੇ ਪੈਸੇ ਮੰਗੇ। ਉਹ ਕਹਿੰਦੇ ਭਾਈ ਇੰਨੇ ਪੈਸੇ ਮੇਰੇ ਕੋਲ, ਇੰਨੇ ਲੈ ਲਾ ਤੂੰ। ਕਹਿੰਦੇ ਨਾ ਮੈਂ ਨਹੀਂ ਇੰਨੇ ਲੈਂਦਾ। ਕਿ ਚੰਗੇ ਜਾ ਫਿਰ। ਟਾਂਗੇ ਵਾਲੇ ਨੇ ਸੜਕ ਜਾਣਾ ਸੀ ਅਤੇ ਮਾਈ ਬੁੱਢੀ ਪਗਡੰਡੀ ਸਿੱਧੀ ਹੋ ਲਈ। ਜਦੋਂ ਲਾਹੌਰ ਪਹੁੰਚੇ ਦੋਨੋਂ ਇਕੱਠੇ ਪਹੁੰਚ ਗਏ। ਅਤੇ ਕਹਾਵਤ ਟਾਂਗੇ ਵਾਲਾ ਵੀ ਲਾਹੌਰ ਅਤੇ ਮਾਈ ਬੁੱਢੀ ਵੀ ਲਾਹੌਰ, ਸਿੱਧੇ ਰਾਹ ਹੋ ਗਈ ਨਾ। ਅਸੀਂ ਇਹ ਵਿੰਗੇ ਟੇਢੇ ਰਾਹ ਕਰਕੇ ਸਾਡਾ ਪੈਂਡਾ ਲੰਮਾ ਹੋ ਜਾਂਦਾ। ਜਦੋਂ ਗੁਰੂ ਮਹਾਰਾਜ ਕਿਰਪਾ ਕਰ ਦਿੰਦਾ, ਭਰਮ ਹੀ ਖਤਮ ਕਰ ਦਿੰਦਾ, ਕੋਈ ਸ਼ੰਕਾ ਹੀ ਨਹੀਂ ਅੰਦਰ ਰਿਹਾ, ਲਾਈਨ ਹੋ ਗਈ ਕਲੀਅਰ, ਬੰਦਾ ਤੁਰਿਆ ਜਾਂਦਾ ਬਸ। ਫਿਰ ਕੀ ਹੁੰਦਾ, ਨਜ਼ਰ ਕਰੇ ਜੇ ਆਪਣੀ, ਫਿਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ,
ਆਪੇ ਲੈ ਰਲਾਏ ਜਿਓ, ਅਤੇ ਫਿਰ ਆਪ ਹੀ ਪਰਮਾਤਮਾ ਦੇ ਨਾਲ ਉਸ ਜੀਵ ਨੂੰ ਰਲਾ ਦਿੰਦਾ ਗੁਰੂ ਮਹਾਰਾਜ। ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੈ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਹੇ ਪਰਮਾਤਮਾ, ਤੂੰ ਸਭਨਾ ਮਾਹੇ ਸਮਾਇਆ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਤੂੰ ਸਾਰਿਆਂ ਦੇ ਵਿੱਚ ਵਸਦਾ ਹੈ। ਤਿਨ ਕਰਤੈ ਆਪ ਲੁਕਾਇਆ, ਪਰ ਪਰਮਾਤਮਾ ਨੇ ਆਪਣੇ ਆਪਣੇ ਲੁਕੋ ਰੱਖਿਆ, ਪ੍ਰਗਟ ਰੂਪ 'ਚ ਨਹੀਂ ਹੈ, ਗੁਪਤ ਰੂਪ 'ਚ ਹੈ ਤੇ ਸਾਰਿਆਂ 'ਚ, ਪਰ ਉਹਨੇ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਹੈ। ਉਹ ਪ੍ਰਗਟ ਰੂਪ ਵਿੱਚ ਨਹੀਂ ਹੈ, ਉਹ ਗੁਪਤ ਰੂਪ ਵਿੱਚ ਹੈ। ਬਸ ਅਸੀਂ ਉਹਨੂੰ ਪ੍ਰਗਟ ਕਰਨਾ। ਇੱਕ ਜਨਮ 'ਚ ਕਰ ਲਈਏ, 2 'ਚ ਕਰ ਲਈਏ, 3 'ਚ ਕਰ ਲਈਏ, 10 'ਚ ਕਰ ਲਈਏ, 100 'ਚ ਕਰ ਲਈਏ। ਜਦੋਂ ਉਹਨੂੰ ਪ੍ਰਗਟ ਕਰ ਲਿਆ, ਉਸ ਤੋਂ ਬਾਅਦ ਜੰਮਣ ਮਰਨ ਖਤਮ ਹੁੰਦੇ, ਕਦੇ ਇਹ ਪਰਮਾਤਮਾ ਨੂੰ ਮਿਲ ਪਿਆ ਜੀ। ਬਸ ਉਹਨੂੰ ਪ੍ਰਗਟ ਹੀ ਕਰਨਾ, ਅਤੇ ਉਹ ਪ੍ਰਗਟ ਹੁੰਦਾ ਨਾਮ ਜਪ ਜਪ ਕੇ। ਬਸ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਕੀ ਹੋਏਗਾ? ਜਿਹੜੇ ਸਾਡੇ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਉਹ ਨਾਮ ਨੇ ਉਹ ਮੈਲ ਲਾ ਦੇਣੀ। ਜਦੋਂ ਮਨ ਸਾਫ ਸੁਥਰਾ ਹੋ ਗਿਆ, ਉਹ ਗੁਪਤ ਪਰਮਾਤਮਾ ਨੇ ਆਪਣੇ ਆਪ ਹੀ ਪ੍ਰਗਟ ਹੋ ਜਾਣਾ ਹੈ, ਅਤੇ ਸਾਨੂੰ ਦਿਸ ਪੈਣਾ, ਸਾਨੂੰ ਮਿਲ ਪੈਣਾ। ਬਸ ਆਹੀ ਜੀਵਨ ਦਾ ਉਦੇਸ਼ ਹੈ। ਬਸ ਸੋ ਤਾਂ ਗੁਰੂ ਮਹਾਰਾਜ ਤਿਨ ਕਰਤਾ ਆਪ ਲੁਕਾਇਆ, ਉਹਨੇ ਆਪਣਾ ਲੁਕੋ ਕੇ ਰੱਖਿਆ ਹੋਇਆ ਹੈ। ਨਾਨਕ ਗੁਰਮੁਖ ਪ੍ਰਗਟ ਹੋਇਆ। ਹਾਂ, ਗੁਰੂ ਦੇ ਰਾਹੀਂ ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਕਿਸ ਦੇ? ਜਾ ਕੋ ਜੋਤ ਧਰੀ ਕਰਤਾਰ ਜੀਓ। ਜਿਸ ਇਨਸਾਨ ਦੇ ਪਰਮਾਤਮਾ ਆਪਣੀ ਜੋਤ ਰੱਖ ਦਿੰਦਾ ਨਾ, ਫਿਰ ਉਹ ਜੋਤ ਇੱਕ ਦਿਨ ਆਉਂਦੀ ਹੈ, ਨਾਮ ਜਪ ਜਪ ਕੇ ਪ੍ਰਗਟ ਹੋ ਜਾਂਦੀ ਹੈ, ਅਤੇ ਫਿਰ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਆਪੇ ਖਸਮ ਨਿਵਾਜਿਆ, ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ। ਪੈਜ ਇੱਕ ਵਚਨ ਹੈ, ਇੱਜ਼ਤ। ਇਹਨੂੰ ਰੱਖੀਆਂ ਨਹੀਂ ਪੜ੍ਹ ਦੇਣਾ, ਪੈਜ ਇੱਕ ਵਚਨ, ਇਸ ਲਈ ਰੱਖੀਆ ਦਾ ਮਤਲਬ ਰੱਖੀ, ਪੈਜ ਰੱਖੀ। ਉੱਤੇ ਕਵਿਤਾ ਪੂਰੀ ਕਰ ਲਈ ਰੱਖੀਆ ਲਿਖਿਆ। ਜੇ ਰੱਖੀ ਲਿਖਦੇ ਸੀ ਫਿਰ ਕੀਰਤਨ ਨਹੀਂ ਸੀ ਹੁੰਦਾ। ਕੀਰਤਨ ਦਾ ਖਿਆਲ ਰੱਖ ਕੇ ਸਪੈਲਿੰਗ ਲਿਖੇ ਹੋਏ ਹਨ। ਆਪਣੇ ਸੇਵਕ ਕੀ ਪੈਜ ਰੱਖੀਆ, ਦੋਏ ਕਰ ਮਸਤਕ ਧਾਰ ਜੀਓ। ਆਪੇ ਖਸਮ ਨਿਵਾਜੇ। ਪਰਮਾਤਮਾ ਆਪਣੇ ਭਗਤ ਨੂੰ ਆਪ ਹੀ ਨਿਵਾਜਦਾ ਹੈ, ਆਪ ਹੀ ਆਦਰ ਮਾਣ ਦਿੰਦਾ ਹੈ। ਜੀਓ ਪਿੰਡ ਦੇ ਸਾਜਿਆ, ਉਹ ਜਿੰਦ ਲਾਉਂਦਾ, ਸਰੀਰ ਲਾਉਂਦਾ। ਪਿੰਡ ਮੈਨੇ ਸਰੀਰ, ਜੀਓ ਮੈਨੇ ਜਿੰਦ। ਉਹਨੇ ਸਰੀਰ ਦੇ ਵਿੱਚ ਜਿੰਦ ਪਾ ਕੇ ਇਹ ਸਰੀਰ ਨੂੰ ਸਾਜਿਆ ਹੈ, ਬਣਾਇਆ ਹੈ। ਆਪਣੇ ਸੇਵਕ ਕੀ ਪੈਜ ਰੱਖੀ ਹੈ। ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ। ਦੋਏ ਕਰ ਮਸਤਕ ਧਾਰ ਜੀ, ਉਹਦੇ ਮੱਥੇ 'ਤੇ ਦੋਨੋਂ ਹੱਥ ਰੱਖ ਦਿੰਦਾ, ਉਹਦੇ ਸਿਰ 'ਤੇ ਦੋਨੋਂ ਹੱਥ ਰੱਖ ਦਿੰਦਾ ਹੈ, ਅਤੇ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ। ਸਭ ਸੰਜਮ ਰਹੇ ਸਿਆਣਪਾਂ। ਸਭ ਭੱਬੇ ਨੂੰ ਸਿਆਰੀ ਹੈ, ਇਹ ਬਹੁਵਚਨ ਹੈ। ਇੱਕ ਹੁੰਦਾ ਸੱਸਾ ਭੱਬਾ ਸਭ, ਇੱਕ ਵਚਨ ਇਸਤਰੀ ਲਿੰਗ। ਇੱਕ ਹੈ ਸੱਸਾ ਭੱਬੇ ਨੂੰ ਔਂਕੜ ਸਭ, ਇੱਕ ਵਚਨ ਪੁਲਿੰਗ। ਸੱਸਾ ਭੱਬੇ ਨੂੰ ਸਿਹਾਰੀ ਸਭ, ਇਹ ਹੈ ਬਹੁਵਚਨ। ਚਾਹੇ ਇਸਤਰੀ ਲਿੰਗ ਹੋਵੇ ਚਾਹੇ ਪੁਲਿੰਗ ਹੋਵੇ, ਇਹ ਬਹੁਵਚਨ ਹੁੰਦਾ। ਭੱਬੇ ਨੂੰ ਸਿਹਾਰੀ ਵਾਲਾ ਬਹੁਵਚਨ ਹੁੰਦਾ। ਸਭ ਸੰਜਮ ਰਹੇ ਸਿਆਣਪਾਂ, ਮੇਰਾ ਪ੍ਰਭ ਸਭ ਕੁਛ ਜਾਣਦਾ। ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੈ ਜੈਕਾਰ ਜੀਓ। ਸਭ ਸੰਜਮ ਰਹੇ ਸਿਆਣਪਾਂ। ਸੰਜਮ ਹੁੰਦਾ ਇੰਦਰੀਆਂ 'ਤੇ ਕੰਟਰੋਲ ਕਰਨ ਦੇ ਜਿਹੜੇ ਸਾਧਨ ਹਿੰਦੂ ਧਰਮ 'ਚ ਲਿਖੇ ਰਹੇ ਹੁੰਦਾ ਖਤਮ ਹੋ ਗਏ, ਹੁਣ ਇਹਨਾਂ ਦੀ ਲੋੜ ਨਹੀਂ ਰਹੀ। ਕਿ ਸਾਰੇ ਸੰਜਮ, ਸਾਰੀਆਂ ਸਿਆਣਪਾਂ ਖਤਮ ਹੋ ਗਈਆਂ। ਮੇਰਾ ਪ੍ਰਭ ਸਭ ਕੁਝ ਜਾਣਦਾ। ਮੇਰਾ ਪਰਮਾਤਮਾ ਜਾਣੀ ਜਾਣ ਹੈ, ਉਹ ਸਭ ਕੁਝ ਜਾਣਦਾ ਹੈ। ਪ੍ਰਗਟ ਪ੍ਰਤਾਪ ਵਰਤਾਇਓ। ਪਰਮਾਤਮਾ ਫਿਰ ਮਨੁੱਖ ਦੇ ਆਪਣੇ ਸੇਵਕ ਦੇ ਤਪ ਤੇਜ ਨੂੰ ਪਬਲਿਕ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ।
ਜਦੋਂ ਤਪ ਤੇਜ ਕਿਸੇ ਦਾ ਪ੍ਰਗਟ ਹੁੰਦਾ, ਸਭ ਲੋਕ ਕਰੇ ਜੈਕਾਰ ਜੀਓ। ਹਰ ਇੱਕ ਬੰਦਾ ਫਿਰ ਉਹਦੀ ਜੈ ਜੈਕਾਰ ਕਰਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਪਰਮਾਤਮਾ ਮਨ ਅਤੇ ਤਨ ਵਿੱਚ ਵਸ ਜਾਵੇਗਾ ਨਾ, ਫਿਰ ਸਾਰੇ ਦੁਨੀਆ ਉਹਦੀ ਜੈ ਜੈਕਾਰ ਕਰਦੇ ਨੇ। ਉਹ ਕਿਵੇਂ ਵਸੇਗਾ? ਬਸ ਨਾਮ ਜਪੀ ਜਾਓ, ਨਾਮ ਜਪੀ ਜਾਓ। ਨਾਮ ਜਪਦਿਆਂ ਜਪਦਿਆਂ ਮਨ 'ਚ ਵਸ ਜਾਏਗਾ। ਜਿਹੜੀ ਗੱਲ ਮਨ 'ਚ ਵਸ ਜਾਓ, ਤਨ 'ਚ ਆਪਣੇ ਆਪ ਵਸ ਜਾਂਦੀ ਹੈ। ਗੁਰੂ ਨਾਨਕ ਜੀ ਦੇਵ ਜੀ ਮਰਦਾਨਾ ਜੀ ਨਾਲ ਜਾ ਰਹੇ ਨੇ। ਅੱਗੇ ਇੱਕ ਮੁਸਲਮਾਨ ਫਕੀਰ ਹੈ, ਆਪਣੇ ਚੇਲਿਆਂ ਨੂੰ ਕਹਿੰਦਾ, ਆ ਰਿਹਾ ਵੀ ਵੱਡਾ ਨਾਨਕ, ਕੋਈ ਨਹੀਂ ਮੈਂ ਹਰਾਉਣਾ ਇਸ ਨੂੰ। ਗੁਰੂ ਮਹਾਰਾਜ ਕਹਿੰਦੇ, ਮਰਦਾਨਾ ਜੀ ਬੜਾ ਉਹਨੂੰ ਹੰਕਾਰ ਹੈ, ਉਹਦਾ ਹੰਕਾਰ ਤੋੜ ਕੇ ਆਈਏ। ਚਲੇ ਗਏ। ਜੋ ਨੇੜੇ ਗਏ ਨਾ ਗੁਰੂ ਮਹਾਰਾਜ, ਉਹ ਖੜਾ ਹੋ ਗਿਆ, ਉਹ ਖੜਾ ਹੋ ਗਿਆ। ਚੇਲੇ ਪੁੱਛਦੇ, ਤੁਸੀਂ ਖੜੇ ਕਿਉਂ ਹੋ ਗਏ ਹੁਣ? ਕਹਿੰਦੇ, ਨਹੀਂ ਇਹ ਨਾਨਕ ਹੈ, ਬਹੁਤ ਵੱਡਾ ਹੈ। ਕਿਉਂ? ਵੇਵਜ਼ ਆਰਟ ਕਰਾਈਆਂ ਨਾ, ਹੈ ਉਹ ਵੀ ਭਜਨ ਬੰਦਗੀ ਵਾਲਾ ਸੀ। ਜਿੰਨੀ ਸਾਡੀ ਜ਼ਿਆਦਾ ਭਜਨ ਬੰਦਗੀ ਹੁੰਦੀ ਹੈ, ਜਿਹੜਾ ਕੋਈ ਸਾਹਮਣੇ ਆਉਂਦਾ ਸਾਨੂੰ ਪਤਾ ਲੱਗਦਾ ਇਹਦੀ ਕਿੰਨੀ ਕੁ ਭਜਨ ਬੰਦਗੀ ਹੈ। ਭਜਨ ਬੰਦਗੀ ਵਾਲਾ ਜਦੋਂ ਤੁਹਾਡੇ ਕੋਲ ਬੈਠੇਗਾ ਨਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਇਹ ਕਿੰਨੇ ਕੁ ਪਾਣੀਆਂ 'ਚ, ਇਹ ਕਿੰਨੀ ਕੁ ਭਜਨ ਬੰਦਗੀ ਵਾਲਾ ਹੈ। ਪਤਾ ਲੱਗ ਗਿਆ ਵੀ ਤਾਂ ਬਹੁਤ ਭਜਨ ਬੰਦਗੀ ਵਾਲਾ। ਐਡੀ ਦੂਰੋਂ ਵੇਵਜ਼ ਮਾਰ ਕਰਦੀ ਹੈ ਨਾ, ਆ ਕੇ ਨੇੜੇ। ਕਹਿੰਦੇ ਜੀ ਤੁਹਾਡੇ ਕੋਲ ਕੀ ਹੈ? ਗੁਰੂ ਨਾਨਕ ਦੀ ਕਹਿੰਦੇ ਸਾਡੇ ਕੋਲ ਨਾਮ ਹੈ। ਕਹਿੰਦੇ ਪਤਾ ਤੇ ਲੱਗ ਨਹੀਂ ਰਿਹਾ। ਉਹ ਕਹਿੰਦਾ, ਗੁਰੂ ਮਹਾਰਾਜ ਉਹਦਾ ਹੱਥ ਫੜ ਲਿਆ। ਜਿਉਂ ਹੀ ਹੱਥ ਫੜਿਆ ਨਾ, ਸਾਰੇ ਸਰੀਰ 'ਚ ਕਰੰਟ ਚਲਿਆ ਗਿਆ। ਰੋਮ ਰੋਮ ਦੇ ਵਿੱਚ ਨਾਮ ਵਸ ਗਿਆ ਹੈ। ਬਸ ਸਮਾਧੀ ਸਥਿਤ ਹੋ ਗਿਆ। ਅਤੇ ਬਾਅਦ 'ਚ ਕਹਿੰਦਾ, ਹੇ ਨਾਨਕ ਤੂੰ ਵਾਕਈ ਮਹਾਨ ਹੈ। ਹੱਥ ਹੀ ਲਾਇਆ ਬਸ ਉਹਦੀ ਬਾਂਹ ਨੂੰ, ਉਹ ਸਾਰੇ ਸਰੀਰ ਰੋਮ ਰੋਮ ਦੇ ਵਿੱਚ ਨਾਮ ਚੱਲਣਾ ਸ਼ੁਰੂ ਹੋ ਗਿਆ ਹੈ। ਇਸ ਤਰ੍ਹਾਂ ਜਦੋਂ ਮਨ 'ਚ ਰੱਬ ਵਸਦਾ ਨਾ, ਸਾਰੇ ਸਰੀਰ 'ਚ ਆਪਣੇ ਆਪ ਹੀ ਵਸ ਜਾਂਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਮਨ 'ਚ ਪਰਮਾਤਮਾ ਵਸ ਜਾਏ ਨਾ, ਸੰਸਾਰ ਵਡਿਆਈਆਂ ਕਰਨ ਲੱਗ ਜਾਂਦਾ। ਕਹਿਣ ਦੀ ਲੋੜ ਨਹੀਂ, ਐਡਵਰਟਾਈਜ਼ਮੈਂਟ ਦੀ ਲੋੜ ਨਹੀਂ, ਤੁਹਾਡਾ ਮੱਥੇ 'ਤੇ ਪ੍ਰਗਟ ਹੋ ਜਾਣਾ ਹੈ ਉਸ ਨਾਮ ਨੇ। ਲੋਕਾਂ ਨੇ ਆਪਣੇ ਆਪ ਹੀ ਤੁਹਾਡਾ ਸਤਿਕਾਰ ਕਰਨਾ ਸ਼ੁਰੂ ਕਰ ਦੇਣਾ। ਨਾਮ ਜਪਦੇ ਰਹੋ। ਸਤਿਕਾਰ ਹਰ ਇੱਕ ਨੂੰ ਚਾਹੀਦਾ। ਕੋਈ ਐਸਾ ਬੰਦਾ ਨਹੀਂ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੇਰਾ ਸਤਿਕਾਰ ਹੋਵੇ। ਹਰ ਬੰਦਾ ਚਾਹੁੰਦਾ ਮੇਰਾ ਕੋਈ ਸਤਿਕਾਰ ਕਰਨ ਵਾਲਾ ਹੋਵੇ। ਗੁਰੂ ਮਹਾਰਾਜ ਤੁਸੀਂ ਨਾਮ ਜਪੀ ਜੋ, ਇੱਕ ਦੇ ਨਹੀਂ, ਜੈ ਜੈਕਾਰ ਕਰੇ ਸਭ ਕੋਈ। ਹਰ ਇੱਕ ਤੁਹਾਡੀ ਜੈ ਜੈਕਾਰ ਕਰੇਗਾ। ਬਸ ਇੱਕੋ ਹੀ ਕੰਮ ਕਰਨਾ, ਵਾਹਿਗੁਰੂ 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 ਕਰੀ ਜਾਣਾ। ਰੋਜ਼ ਰੋਜ਼ ਮੈਂ ਤਾਂ ਕਹਿਣਾ ਕਿ ਅਸੀਂ ਸੰਸਾਰੀ ਜੀਵ ਹਾਂ, ਗ੍ਰਸਥੀ ਹਾਂ। ਜਦੋਂ ਅਸੀਂ ਸੰਸਾਰ 'ਚ ਵਿਚਰਦੇ ਹਾਂ ਨਾ, ਉਹਨਾਂ ਵਿੱਚ ਨਾਮ ਦੀਆਂ ਵੇਵਜ਼ ਤਾਂ ਨਿਕਲ ਹੀ ਨਹੀਂ ਰਹੀਆਂ। ਉਹ ਆਲੇ ਦੁਆਲੇ ਸੰਸਾਰੀ ਨੇ, ਕਿਆ ਘਰ ਦੇ ਜੀ ਕਿਆ ਦੂਜੇ, ਉਹ ਸਾਨੂੰ ਨਾਮ ਹੀ ਭੁਲਾਉਂਦੇ ਨੇ। ਉਹਨਾਂ ਦੀਆਂ ਇੰਨੀਆਂ ਵੇਵਜ਼ ਸਾਨੂੰ ਆ ਕੇ ਸੰਸਾਰੀ ਖਿਆਲਾਂ ਦੀ ਟਕਰਾਉਂਦੀਆਂ ਨੇ, ਸਾਨੂੰ ਨਾਮ ਹੀ ਭੁੱਲ ਜਾਂਦਾ। ਕਿੰਨੀ ਕਿੰਨੀ ਦੇਰ ਅਸੀਂ ਭੁੱਲੇ ਰਹਿੰਦੇ ਹਾਂ। ਜਿਉਂ ਹੀ ਉਹ ਕਿਤੇ ਹਟਦੇ ਨੇ ਪਰਾਂ ਪੁਰਨ, ਅਸੀਂ ਹੋ ਗਏ ਵਿਹਲੇ। ਜਿਉਂ ਹੀ ਅਸੀਂ ਵਿਹਲੇ ਹੁੰਦੇ, ਸਾਨੂੰ ਯਾਦ ਆ ਜਾਂਦਾ ਉਹ ਨਾਮ ਜਪਣਾ। ਕਿਉਂ? ਉਹਨਾਂ ਦੀ ਵੇਵਜ਼ ਹਟ ਗਈਆਂ। ਬਾਈ ਚਾਂਸ ਤੁਸੀਂ ਬੈਠੇ ਹੋ ਅਤੇ ਬਹੁਤ ਭਜਨ ਬੰਦਗੀ ਕਰਨ ਵਾਲਾ ਤੁਹਾਡੇ ਕੋਲ ਆ ਰਿਹਾ ਹੈ, ਤੁਹਾਡਾ ਨਾਮ ਆਪੇ ਹੀ ਚਾਲੂ ਹੋ ਜਾਏਗਾ। ਤੁਹਾਡਾ ਨਾਮ ਆਪੇ ਹੀ ਚਾਲੂ ਹੋ ਜਾਏਗਾ। ਕਿਉਂ? ਉਹਦੀਆਂ ਵੇਵਜ਼ ਨੇ ਤੁਹਾਨੂੰ ਆ ਕੇ ਟਕਰਾਇਆ, ਤੁਹਾਨੂੰ ਯਾਦ ਕਰਾਤਾ, ਉਹ ਭਾਈ ਤੂੰ ਉਹੀ ਬੈਠਾ ਹੈ, ਨਾਮ ਜਪ। ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓਗੇ। ਇਸ ਕਰਕੇ ਅਸੀਂ ਗ੍ਰਸਥੀਆਂ 'ਚ ਰਹਿੰਦੇ ਹਾਂ, ਸੰਸਾਰੀਆਂ 'ਚ ਰਹਿੰਦੇ ਹਾਂ। ਸੰਸਾਰੀਆਂ ਨੂੰ ਕੋਈ ਨਾਮ ਨਹੀਂ ਜਪਣਾ, ਪੁੱਠਾ ਸੋਚੀ ਜਾਣਾ। ਉਹਨਾਂ ਦੇ ਵੇਵ ਸਾਨੂੰ ਟਕਰਾਉਂਦੀਆਂ ਨੇ, ਸਾਨੂੰ ਕਿੰਨੀ ਕਿੰਨੀ ਦੇਰ ਰੱਬ ਭਲਾਈ ਰੱਖਦੀਆਂ ਨੇ। ਜਦੋਂ ਕਦੇ ਫਿਰ ਸਮਾਂ ਮਿਲਦਾ, ਫਿਰ ਸਾਨੂੰ ਰੱਬ ਯਾਦ ਆਉਂਦਾ, ਫਿਰ ਲੱਗ ਜਾਣਾ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ। ਰੋਜ਼ ਰੋਜ਼ ਇਸੇ ਲਈ ਕਹੀਦਾ ਵੀ ਸਾਨੂੰ ਯਾਦ ਰਹੇ। ਰੋਜ਼ ਰੋਜ਼ ਕਹਿਣ ਦਾ ਆਹੀ ਮਤਲਬ ਵੀ ਸਾਨੂੰ
ਇਹ ਯਾਦ ਰਹੇ ਕਿ ਅਸੀਂ ਵੱਧ ਤੋਂ ਵੱਧ ਨਾਮ ਜਪਣਾ, ਅਸੀਂ ਨਾਮ ਜਪਣਾ। ਨਾਨਕ ਏਕੋ ਹੁਕਮ ਹੈ, ਨਾਮ ਹੀ ਹੁਕਮ ਹੈ, ਬਸ ਵੀ ਨਾਮ ਜਪਣਾ। ਬਸ ਉੜਦੇ ਬੈਠਦੇ ਤੁਰਦੇ ਫਿਰਦੇ ਲੇਟੇ ਬੈਠੇ ਜਿੰਨਾ ਵੀ ਸਮਾਂ ਮਿਲੇ ਵਾਹਿਗੁਰੂ 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 ਕਰਦੇ ਰਿਹਾ ਕਰੋ। ਜਿਸ ਘਰ 'ਚ ਸਾਰੇ ਹੀ ਭਜਨ ਬੰਦਗੀ ਕਰਨ ਵਾਲੇ ਹੁੰਦੇ ਨੇ, ਉਸ ਘਰ ਦਾ ਤਾਂ ਮਾਹੌਲ ਹੀ ਹੋਰ ਹੋ ਜਾਂਦਾ, ਕਿਉਂ ਉਸ ਘਰ ਦੇ ਵਿੱਚ ਬਾਣੀ ਘੁੰਮਣੀ ਸ਼ੁਰੂ ਕਰ ਦਿੰਦੀ ਹੈ, ਨਾਮ ਘੁੰਮਣਾ ਸ਼ੁਰੂ ਕਰ ਦਿੰਦਾ। ਜਦੋਂ ਬੰਦਾ ਉਸ ਏਰੀਏ 'ਚ ਆਉਂਦਾ ਉਹਨੂੰ ਵੀ ਰੱਬ ਯਾਦ ਆਉਂਦਾ। ਆਪਾਂ ਜੋ ਗੁਰਦੁਆਰੇ ਦੇ ਬਾਹਰ ਆ ਹੋਰ ਗੱਲ ਹੈ, ਜਿਉਂ ਹੀ ਗੁਰਦੁਆਰੇ ਦੇ ਅੰਦਰ ਐਂਟਰ ਕਰਦੇ ਹਾਂ ਸਾਡਾ ਹੋਰ ਤਰ੍ਹਾਂ ਦੀ ਸੋਚ ਹੋ ਜਾਂਦੀ ਹੈ। ਐਂਟਰ ਕਰਦੇ ਸਾਰੇ ਸ਼ਾਂਤੀ ਮਹਿਸੂਸ ਹੁੰਦੀ ਮਨ ਨੂੰ, ਕਿਉਂਕਿ ਉੱਥੇ ਹਰ ਵਕਤ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਪਾਠ ਹੋ ਰਹੇ ਨੇ। ਉਹ ਵਾਤਾਵਰਨ ਹੀ ਐਸਾ ਹੈ, ਜਦੋਂ ਅਸੀਂ ਉਸ ਵਾਤਾਵਰਨ 'ਚ ਐਂਟਰ ਕਰਦੇ ਹਾਂ ਸਾਡੇ 'ਤੇ ਉਹਦਾ ਪ੍ਰਭਾਵ ਪੈ ਜਾਂਦਾ ਹੈ। ਜਿਵੇਂ ਇੱਕ ਘਰ 'ਚ ਆਨੰਦ ਨਗਰ ਬੀਚ ਇੱਕ ਬੀਬੀ ਕਹਿੰਦੀ ਸਾਡੇ ਘਰ ਵੀ ਚਰਨ ਪਾਇਓ ਜੀ। ਮੇਰੇ ਨਾਲ ਇੱਕ ਹੋਰ ਗੁਰੂ ਪਿਆਰਾ ਸੀ। ਜਿਉਂ ਹੀ ਮੈਂ ਘਰ 'ਚ ਪੈਰ ਧਰਿਆ, ਜੇ ਬੰਦਾ ਡਰਦਾ ਨਾ, ਭੈ ਆਇਆ ਮੈਨੂੰ, ਮੈਂ ਓਹੋ, ਮੈਂ ਬਸ ਕੁਦਰਤੀ ਸਿੱਧੇ ਹੀ ਦਰਵਾਜ਼ੇ ਸੀ, ਉਹਨੇ ਪਹਿਲਾ ਦੂਜਾ ਤੀਜਾ ਨਿਕਲਿਆ, ਅਗਲੇ ਪਾਸੇ ਗਲੀ ਸੀ, ਮੈਂ ਸਿੱਧੇ ਹੀ ਬਾਹਰ ਨਿਕਲ ਗਿਆ। ਮੈਂ ਪਾ 'ਤੇ ਜਿਹੜੇ ਚਰਨ ਪਾਉਣੇ ਸਨ। ਇੱਥੇ ਤਾਂ ਭੈ ਆਉਂਦਾ। ਅਤੇ ਇੱਕ ਕਮਰੇ 'ਚ ਵਿੱਚੋਂ ਦੀ ਲੰਘ ਰਿਹਾ ਸੀ, ਦੇਖਿਆ 11:30 ਵਜੇ ਨੇ ਦਿਨ ਦੇ, ਅਤੇ ਉਹ ਸਰਦਾਰ ਕੱਛਾ ਪਾ ਕੇ ਸ਼ਰਾਬ ਪੀਤੀ ਹੋਏ ਪਿਆ ਹੋਇਆ, ਘਰ ਦਾ ਬੁਖੀਆ 11:30 ਵਜੇ ਉੱਠੇ ਹੀ ਨਹੀਂ। ਪਾ ਲਓ ਇੱਥੇ ਚਰਨ, ਹਾਂਜੀ ਕਿਆ ਕਰੋਗੇ, ਚਰਨ ਪਾ ਕੇ। ਚਲੋ ਬੀਬੀ ਤਾਂ ਵਿਚਾਰੀ ਸ਼ਰਧਾਲੂ ਸੀ, ਉਹਨੇ ਕਿਹਾ ਚਾ ਗੁਆਂਢ 'ਚ ਆਏ ਨੇ ਵੀ ਚਰਨ ਪਾ ਲੈਣੇ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ। ਇਹ ਸੰਭਾਰਿਆ ਆਪਣੇ ਮੰਮੇ ਦੇ ਪੈਰ 'ਚ ਹਾਹਾ ਲਾ ਕੇ ਯਾਦ ਕੀਤਾ। ਪ੍ਰਭ ਆਪਣਾ ਬਿਰਦ ਸੰਭਾਰਿਆ, ਕੰਠ ਲਾਏ ਕਹਿ ਰੱਖਿਓਨ, ਲੱਗੈ ਨ ਤਤੀ ਵਾਓ ਜੀ। ਪਰਮਾਤਮਾ ਨੇ ਮੇਰੇ ਗੁਣਾਂ ਔਗਣਾਂ ਦਾ ਵਿਚਾਰ ਹੀ ਨਹੀਂ ਕੀਤਾ। ਕਿਉਂ? ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜੇ ਸੱਚੇ ਦਿਲੋਂ, ਪਰਮਾਤਮਾ ਉਹਦੇ ਔਗਣਾਂ ਦਾ ਖਿਆਲ ਹੀ ਨਹੀਂ ਕਰਦਾ, ਬਸ ਉਹਨੂੰ ਗਲੇ ਨਾਲ ਲਾ ਲੈਂਦਾ, ਬਈ ਮੇਰੀ ਸ਼ਰਨ 'ਚ ਆਇਆ ਬਸ, ਭਾਵੇਂ ਕਿਹੋ ਜਿਹਾ ਵੀ ਸੀ। ਇਹ ਪਰਮਾਤਮਾ ਦਾ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਸੰਦਾ, ਬਿਰਦ ਦਾ ਸੁਭਾਅ, ਸੁਆਮੀ ਮੈਂ ਮਾਲਕ, ਸੰਦਾ ਮੈਨੇ ਦਾ। ਪਰਮਾਤਮਾ ਦਾ ਸੁਭਾਅ ਹੈ ਕਿ ਜਿਹੜਾ ਵੀ ਉਹਦੀ ਸ਼ਰਨ 'ਚ ਆਉਂਦਾ ਹੈ, ਚੋਰ ਹੈ, ਡਾਕੂ ਹੈ, ਲੁਟੇਰਾ ਹੈ, ਕੁਛ ਵੀ ਹੈ, ਜਿਹੜਾ ਸੱਚੇ ਦਿਲੋਂ ਦੀ ਸ਼ਰਨ 'ਚ ਆ ਕੇ ਪਰਮਾਤਮਾ ਨੂੰ ਆਪਣੇ ਗਲ ਨਾਲ ਲਾ ਲੈਂਦਾ। ਫਿਰ ਪਰਮਾਤਮਾ ਕੀ ਕਰਦਾ? ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਉਹ ਸਾਰੇ ਔਗਣ ਹੀ ਬਖਸ਼ ਦਿੰਦਾ ਅਤੇ ਉਹਨੂੰ ਸਿੱਧੇ ਰਾਹ ਪਾਉਂਦਾ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨੇ ਭੇਜਿਆ ਸੱਜਣ ਠੱਗ ਕੋਲੇ, ਵੀ ਜਾਓ ਜੀ ਉਹਨੂੰ ਸਿੱਧੇ ਰਾਹ ਪਾ ਕੇ ਆਓ। ਗੁਰੂ ਮਹਾਰਾਜ ਨੇ ਉਹਦੇ ਔਗਣਾਂ ਨੂੰ ਨਹੀਂ ਚਿਤਾਰਿਆ, ਉਹਦੇ ਔਗਣ ਛੁਡਾ ਕੇ ਉਹਨੂੰ ਸਿੱਧੇ ਰਾਹ ਪਾਤਾ, ਨਾਮ ਜਪਣ ਲਾਤਾ ਹੈ। ਬਸ ਆਹੀ ਸਿੱਧੇ ਰਾਹ ਪਾਉਣਾ। ਕਿਸੇ ਬੰਦੇ ਤੋਂ ਬੁਰਾਈਆਂ ਛੁਡਾ ਕੇ ਉਹਨੂੰ ਨਾਮ ਜਪਣ ਲਾ ਦਿਓ ਬਸ। ਪਰਮਾਤਮਾ ਮੇਰੇ ਗੁਣਾਂ ਔਗਣਾਂ ਦਾ ਤਾਂ ਵਿਚਾਰ ਹੀ ਨਹੀਂ ਕੀਤਾ। ਪ੍ਰਭ ਆਪਣਾ ਬਿਰਦ ਸੰਭਾਰਿਆ, ਪਰਮਾਤਮਾ ਨੇ ਆਪਣਾ ਸੁਭਾਅ ਯਾਦ ਰੱਖਿਆ ਵੀ ਇਹ ਮੇਰੇ ਸ਼ਰਨ 'ਚ ਆ ਗਿਆ ਹੈ। ਪਰਮਾਤਮਾ ਨੇ ਆਪਣਾ ਸੁਭਾਅ ਯਾਦ ਰੱਖਿਆ। ਕੀ ਕੀਤਾ ਉਹਨੇ? ਕੰਠ ਲਾਏ ਕਹਿ ਰੱਖੇ। ਕੰਠ ਦਾ ਗਲਾ, ਪਰਮਾਤਮਾ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ। ਲੱਗੇ ਨਾ ਤੱਤੀ ਵਾਓ ਜੀ, ਹੁਣ ਮੈਨੂੰ ਕੋਈ ਤੱਤੀ ਵਾਰ ਨਹੀਂ ਲੱਪਾ, ਕੋਈ ਦੁੱਖ ਮਹਿਸੂਸ ਨਹੀਂ ਹੁੰਦਾ। ਮੈਂ ਮਨ ਤਨ ਪ੍ਰਭੂ ਧਿਆਇਆ, ਜੀਏ ਇੱਛੜਾ ਫਲ ਪਾਇਆ। ਸ਼ਾਹ ਪਾਤਸ਼ਾਹ, ਇਹ ਦੋਨੋਂ ਫਾਰਸੀ ਦੇ ਸ਼ਬਦ ਨੇ। ਫਾਰਸੀ 'ਚ ਇਹਨੂੰ ਸਾਹ ਨਹੀਂ ਕਹਿੰਦੇ, ਸ਼ਾਹ ਕਹਿੰਦੇ ਨੇ। ਪਾਤਸ਼ਾਹ ਨਹੀਂ ਕਹਿੰਦੇ, ਪਾਤਸ਼ਾਹ ਕਹਿੰਦੇ ਨੇ। ਸ਼ਾਹ ਪਾਤਸ਼ਾਹ ਇਹ ਦੋਨੋਂ ਸ਼ਬਦ ਫਾਰਸੀ ਦੇ ਹਨ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਓ। ਮੈਂ ਮਨ ਤਨ ਪ੍ਰਭੂ ਧਿਆਇਆ, ਮੈਂ ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਸਿਮਰਨ ਕਰਦਾ ਹਾਂ।
ਫਿਰ ਕੀ ਹੋਇਆ? ਜੀਏ ਇਛੜਿਆ ਫਲ ਪਾਇਆ। ਜੋ ਮੇਰੇ ਮਨ 'ਚ ਇੱਛਾ ਸੀ ਉਹ ਮੈਨੂੰ ਫਲ ਮਿਲ ਗਿਆ। ਭਾਵ ਮੇਰੀ ਇੱਛਾ ਪੂਰੀ ਹੋ ਗਈ, ਕਿਉਂਕਿ ਮੈਂ ਮਨ ਕਰਕੇ, ਤਨ ਕਰਕੇ, ਭਾਵ ਪੂਰੇ ਜ਼ੋਰ ਸ਼ੋਰ ਨਾਲ ਪਰਮਾਤਮਾ ਨੂੰ ਯਾਦ ਕੀਤਾ। ਹਲਕੇ ਇਹ ਜੀ ਤਨੋਂ ਮਨੋਂ ਕੰਮ ਕਰ ਰਿਹਾ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਹੇ ਪਰਮਾਤਮਾ ਤੂੰ ਸ਼ਾਹਾਂ ਪਾਤਸ਼ਾਹਾਂ ਦੇ ਸਿਰ ਦਾ ਮਾਲਕ ਹੈ। ਜਪ ਨਾਨਕ ਜੀਵੈ ਨਉ ਜੀਓ। ਕਹਿੰਦੇ ਨਾਨਕ ਤਾਂ ਹੇ ਪਰਮਾਤਮਾ ਤੇਰਾ ਨਾਮ ਜਪ ਕੇ ਜਿਉਂਦਾ ਹੈ। ਵੀ ਮੈਂ ਤਾਂ ਕਹਿੰਦੇ ਤੇਰਾ ਨਾਮ ਜਪ ਕੇ ਜਿਉਂਦਾ ਹਾਂ। ਅੱਗੇ ਕਹਿੰਦੇ ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ। ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜੀਓ। ਤੁਧ ਆਪੇ ਆਪ ਉਪਾਇਆ। ਹੇ ਪਰਮਾਤਮਾ ਤੂੰ ਆਪਣੇ ਆਪ ਨੂੰ ਆਪ ਪੈਦਾ ਕੀਤਾ। ਸਾਨੂੰ ਤੇ ਤੂੰ ਪੈਦਾ ਕੀਤਾ, ਪਰ ਤੂੰ ਆਪਣੇ ਆਪ ਨੂੰ ਆਪ ਪੈਦਾ ਕੀਤਾ। ਇਸ ਨੂੰ ਕਹਿੰਦੇ ਸਹਿਭੰਗ। ਸਹਿਭੰਗ ਹੈ ਜਿਹੜਾ ਆਪਣੇ ਆਪ ਤੋਂ ਹੋਵੇ। ਤੁਧ ਆਪੇ ਆਪ ਉਪਾਇਆ। ਤੂੰ ਉਪਾਇਆ ਮੈਨੇ ਪੈਦਾ ਕੀਤਾ। ਹੇ ਪਰਮਾਤਮਾ ਤੂੰ ਆਪਣੇ ਆਪ ਨੂੰ ਆਪ ਬਣਾਇਆ ਹੋਇਆ ਹੈ। ਦੂਜਾ ਖੇਲ ਕਰ ਦਿਖਲਾਇਆ। ਦੂਜਾ ਖੇਲ ਆ ਸੰਸਾਰ। ਫਿਰ ਤੂੰ ਸੰਸਾਰ ਬਣਾ ਕੇ ਦਿਖਾਤਾ ਵੀ ਆ ਸੰਸਾਰ ਹੈ। ਸਭ ਸੱਚੋ ਸੱਚ ਵਰਤਦਾ। ਸਭ ਥਾਂ 'ਤੇ ਪਰਮਾਤਮਾ ਹੀ ਵਰਤ ਰਿਹਾ ਹੈ। ਜਿਸ ਭਾਵ ਹੈ ਤਿਸੈ ਬੁਝਾਏ ਜੀਓ। ਜਿਹਨੂੰ ਉਹ ਠੀਕ ਸਮਝਦਾ ਉਹਨੂੰ ਇਹ ਸੋਝੀ ਦਿੰਦਾ ਕਿ ਸਭ ਥਾਂ 'ਤੇ ਪਰਮਾਤਮਾ ਹੀ ਵਰਤ ਰਿਹਾ ਹੈ। ਸਾਨੂੰ ਅਜੇ ਸੋਝੀ ਨਹੀਂ ਦਿੱਤੀ। ਅਸੀਂ ਪੜ੍ਹ ਤੇ ਲਿਆ ਪਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਪਰਮਾਤਮਾ ਸਭ ਥਾਂ 'ਤੇ ਵਸਦਾ। ਅਸੀਂ ਬਾਣੀ ਪੜ੍ਹ ਲਈ ਹੈ, ਸਿੱਖ ਹੋਣ ਦੇ ਨਾਤੇ ਅਸੀਂ ਗੁਰੂ ਦੀ ਗੱਲ ਨੂੰ ਮੰਨ ਰਿਹਾ ਹੈ। ਕਿ ਉਹ ਜਿਹੜਾ ਚੇਲਾ ਹੁੰਦਾ ਉਹਨੇ ਆਪਣੇ ਗੁਰੂ ਦੀ ਗੱਲ ਮੰਨਣੀ ਹੁੰਦੀ। ਅਤੇ ਚੇਲਾ ਕਾਹਦਾ ਉਹ? ਅਤੇ ਸਿੱਖ ਮੈਨੇ ਵੀ ਚੇਲਾ ਹੁੰਦਾ, ਸ਼ਿਸ਼। ਹਿੰਦੀ ਵਾਲੇ ਸ਼ਿਸ਼ ਕਹਿੰਦੇ ਨੇ, ਸਿੱਖ ਸਿੱਖ ਕਹਿੰਦੇ। ਸਿੱਖ ਦਾ ਮਤਲਬ ਚੇਲਾ। ਅਤੇ ਸਿੱਖੀ ਸਿੱਖਿਆ ਗੁਰ ਵਿਚਾਰ। ਜਿਹਨੇ ਗੁਰੂ ਦੇ ਵਿਚਾਰ ਨੂੰ ਸਿੱਖ ਲਿਆ ਬਸ ਇਹੀ ਸਿੱਖੀ ਹੈ। ਸਿੱਖੀ ਕੀ ਹੈ? ਗੁਰੂ ਦੇ ਵਿਚਾਰਾਂ ਨੂੰ ਧਾਰਨ ਕਰ ਲੈਣਾ। ਜਦੋਂ ਅਸੀਂ ਗੁਰੂ ਦੇ ਵਿਚਾਰਾਂ ਨੂੰ ਧਾਰਨ ਕਰ ਲਾਂਗੇ ਅਸੀਂ ਸਿੱਖਾਂ ਬਸ। ਹੋਰ ਕੇ ਸਭ ਸੱਚੋ ਸੱਚ ਵਰਤ। ਸੱਚੋ ਸੱਚ ਪਰਮਾਤਮਾ ਹੀ ਸਭ ਦੇ ਵਿੱਚ ਸਭ ਥਾਂ 'ਤੇ ਵਰਤ ਰਿਹਾ ਹੈ। ਜਿਸ ਭਾਵ ਹੈ ਤਿਸੈ ਬੁਝਾਏ ਜੀ। ਪਰ ਇਸ ਦੀ ਸੋਝੀ ਉਹਨੂੰ ਦਿੰਦਾ ਜਿਹਨੂੰ ਪਰਮਾਤਮਾ ਠੀਕ ਸਮਝਦਾ ਹੈ। ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ, ਆਪੇ ਲਏ ਸਮਾਏ ਜੀਓ। ਗੁਰ ਪ੍ਰਸਾਦੀ ਪਾਇਆ। ਜਿਹਨੂੰ ਗੁਰੂ ਦੀ ਕਿਰਪਾ ਨਾਲ ਰੱਬ ਮਿਲ ਗਿਆ, ਤਿੱਥੈ ਮਾਇਆ ਮੋਹ ਚੁਕਾਇਆ। ਉੱਥੇ ਫਿਰ ਮਾਇਆ ਦਾ ਮੋਹ ਖਤਮ ਹੋ ਜਾਂਦਾ। ਜਦੋਂ ਪਰਮਾਤਮਾ ਸਾਡੇ ਅੰਦਰ ਆ ਕੇ ਵਸੇਗਾ, ਪਰਮਾਤਮਾ ਦੇ ਵਿਰੁੱਧ ਜੋ ਵੀ ਚੀਜ਼ ਸਾਡੇ ਅੰਦਰ ਹੈ ਉਹ ਆਪਣੇ ਆਪ ਹੀ ਭੱਜੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ ਸਭ ਅੰਦਰੋਂ ਖਤਮ ਹੋ ਜਾਣਗੇ। ਜਿੱਥੇ ਪਰਮਾਤਮਾ ਆ ਕੇ ਵਸ ਗਿਆ ਉੱਥੇ ਪਰਮਾਤਮਾ ਦੀ ਵਿਰੋਧੀ ਚੀਜ਼ ਕੋਈ ਨਹੀਂ ਰਹਿ ਸਕਦੀ। ਜਿੱਥੇ ਮਾਇਆ ਮੋਹ ਚੁਕਾਏ ਉੱਥੇ ਪਰਮਾਤਮਾ ਨੇ ਮਾਇਆ ਦਾ ਮੋਹ ਹੀ ਖਤਮ ਕਰਤਾ। ਕਿਰਪਾ ਕਰਕੇ ਆਪਣੀ, ਆਪੇ ਲਏ ਸਮਾਏ ਜੀਓ। ਪਰਮਾਤਮਾ ਆਪ ਹੀ ਜੀਵ 'ਤੇ ਕਿਰਪਾ ਕਰਦਾ ਅਤੇ ਜੀਵ ਨੂੰ ਆਪਣੇ ਨਾਲ ਆਪ ਹੀ ਮਿਲਾ ਲੈਂਦਾ, ਆਪਣੇ ਵਿੱਚ ਸਮਾ ਲੈਂਦਾ, ਆਪਣੇ ਨਾਲ ਮਿਲਾ ਲੈਂਦਾ ਹੈ। ਅੱਗੇ ਕਹਿੰਦੇ ਗੋਪੀ ਨੇ ਗੁਆਲੀਆ, ਤੁਧ ਆਪੇ ਗੋਏ ਉਠਾ ਲਿਆ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭਨ ਸਵਾਰ ਜੀਓ। ਗੋਪੀ ਬਿੰਦਰਾਬਨ ਦੀ ਗੋਪੀਆਂ ਹੋਈਆਂ ਨੇ। ਗੋਪੀ ਹੇ ਪਰਮਾਤਮਾ ਤੂੰ ਆਪ ਹੀ ਗੋਪੀ ਹੈ। ਨੈ ਹੁੰਦੀ ਹੈ ਨਦੀ, ਭਾਵ ਜਮਨਾ, ਜਮਨਾ ਤੇਰਾ ਦੇ ਕੱਢੇ ਸੀ। ਤੂੰ ਆਪ ਹੀ ਨਦੀ ਹੈ। ਗਵਾਲੀਆ ਤੂੰ ਆਪ ਹੀ ਗਵਾਲਾ ਹੈ। हे प्रभु तू आप ही गोपी हैं, तू आप ही नदी हैं, तू आप ही ग्वाला हैं। तुझ आपे गोए उठा लिया। गोए हुंदी धरती, तू धरती ਨੂੰ ਆਪ ਹੀ ਚੁੱਕਿਆ ਹੈ। ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਏ।
ਪਾਣੀ ਪਾਣੀ ਹੋ ਗਿਆ। ਹੁਣ ਜਿਹੜੇ ਗਵਾਲੇ ਸਨ ਉਹ ਕ੍ਰਿਸ਼ਨ ਮਹਾਰਾਜ ਕੋਲ ਆਏ ਵੀ ਸਾਡੇ ਤੇ ਘਰਾਂ ਝੌਂਪੜੀ ਪਾਣੀ ਵੜ ਗਿਆ, ਕੀ ਕਰੀਏ। ਉੱਥੇ ਗੋਵਰਧਨ ਪਹਾੜ ਸੀ। ਕ੍ਰਿਸ਼ਨ ਮਹਾਰਾਜ ਨੇ ਆਪਣੀ ਚੀਚੀ ਦੇ ਨਾਲ ਗੋਵਰਧਨ ਪਹਾੜ ਚੱਕਤਾ। ਕਹਿੰਦੇ ਆ ਜਾਓ, ਇਹਦੇ ਹੇਠਾਂ ਆ ਜਾਓ, ਮੀਂਹ ਕਣੀ ਤੋਂ ਬਚ ਜਾਓਗੇ ਤੁਸੀਂ। ਧਰਤੀ ਚੱਕਤੀ। ਗੋਏ ਧਰਤੀ ਨੂੰ ਕਹਿੰਦੇ ਨੇ, ਭਾਵ ਗੋਵਰਧਨ ਪਹਾੜ ਹੀ ਆਪਣੀ ਚੀਚੀ ਨਾਲ ਚੱਕਦਾ। ਬ੍ਰਹਮ ਗਿਆਨੀ 'ਚ ਇੰਨੀ ਤਾਕਤ ਹੁੰਦੀ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ। ਹਾਂ, ਇਸ ਲਈ ਬੇਅੰਤ ਸ਼ਕਤੀਆਂ ਦਾ ਮਾਲਕ ਹੁੰਦਾ ਉਹ। ਜਦੋਂ 7ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਰਾਮ ਰਾਏ ਜੀ ਔਰੰਗਜ਼ੇਬ ਦੇ ਦਰਬਾਰ 'ਚ ਗਏ, ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਉਹ ਕਰਾਮਾਤਾਂ ਉਹਦੇ ਕੋਲ ਸਨ। ਉਹਨੇ ਕਰਮਾਤਾਂ ਵਿਖਾ ਕੇ ਔਰੰਗਜ਼ੇਬ ਨੂੰ ਪ੍ਰਭਾਵਿਤ ਕਰ ਲਿਆ। ਜਿਹੜੇ ਮੁੱਲਾ ਮਲਾਣੇ ਤੇ ਸ਼ਿਕਾਇਤ ਕਰਨ ਉਹਨਾਂ ਤੇ ਕਿਹਾ ਵੀ ਇਹਦਾ ਤਾਂ ਆਦਰ ਮਾਣ ਬੜਾ ਹੁੰਦਾ, ਇਹ ਤਾਂ ਆਦਰ ਮਾਣ ਬੜਾ ਹੁੰਦਾ, ਆਪਾਂ ਤਾਂ ਸ਼ਿਕਾਇਤ ਕੀਤੀ ਵੀ ਇਹਨੂੰ ਕੋਈ ਸਜ਼ਾ ਦੇਵੇਗਾ ਤਾਂ ਬਰਾਬਰ ਬਿਠਾਉਂਦਾ। ਇੱਕ ਮੁੱਲਾ ਕਹਿੰਦਾ ਇਹਨਾਂ ਜੀ ਹਿੰਦੂਆਂ ਦੇ ਗ੍ਰੰਥਾਂ 'ਚ ਬੜੇ ਗੱਪਾਂ ਲਿਖੀਆਂ। ਰਾਮ ਰਾਏ ਜੀ ਕਹਿੰਦੇ ਵੀ ਕੀ ਗੱਪਾਂ ਲਿਖੀਆਂ। ਕਦ ਲਿਖਿਆ ਜੀ, ਕ੍ਰਿਸ਼ਨ ਨੇ ਨਾ ਪਹਾੜ ਚੱਕਦਾ। ਕਹਿੰਦੇ ਇੱਕ ਬੰਦਾ ਕਿਵੇਂ ਪਹਾੜ ਚੱਕ ਦੇਗਾ। ਰਾਮ ਰਾਏ ਜੀ ਕਹਿੰਦੇ ਦੇਖੋ ਉਹ ਤਾਂ ਦੁਆਪਰ ਯੁੱਗ ਦੇ ਸਨ ਅਵਤਾਰ। ਮੈਂ ਕੋਈ ਗੁਰੂ ਨਹੀਂ, ਮੈਂ ਕੋਈ ਅਵਤਾਰ ਨਹੀਂ, ਮੈਂ ਸਿਰਫ ਗੁਰੂ ਮਹਾਰਾਜ ਦਾ ਲੜਕਾ। ਮੈਂ ਹੀ ਤੁਹਾਨੂੰ ਵਿਖਾ ਦਿੰਦਾ। ਸਾਹਮਣੇ ਮਸਜਿਦ ਸੀ। ਕਹਿੰਦੇ ਉਹ ਸਾਹਮਣੇ ਮਸਜਿਦ ਦਿਸ ਰਹੀ ਹੈ ਜਿਹਨੂੰ ਮਸੀਤ ਕਹਿੰਦੇ। ਕਹਿੰਦੇ ਹਾਂ ਜੀ। ਕਹਿੰਦੇ ਦੇਖਿਓ ਜਰਾ। ਰਾਮ ਰਾਏ ਜੀ ਕੋਲ ਸੋਟੀ ਸੀ। ਉਹਨੇ ਧਰਤੀ 'ਤੇ ਅਗਲਾ ਸਿਰਾ ਲਾਇਆ ਸੋਟੀ ਦਾ। ਉਹ ਹੌਲੀ ਹੌਲੀ ਸੋਟੀ ਨੂੰ ਉੱਪਰ ਕਰੀ ਜਾ ਰਹੇ। ਉਹ ਮਸਜਿਦ ਉੱਪਰ ਨੂੰ ਆਈ ਜਾ ਰਹੀ ਧਰਤੀ ਤੋਂ। 10 ਫੁੱਟ ਧਰਤੀ ਤੋਂ ਉੱਪਰ ਚੱਕਤੀ। ਫਿਰ ਸੋਟੀ ਨੂੰ ਹੌਲੀ ਹੌਲੀ ਹੇਠਾਂ ਲਈ ਆਏ। ਮਸਜਿਦ ਆਪਣੀ ਥਾਂ 'ਤੇ ਆ ਕੇ ਟਿਕ ਗਈ। ਕਹਿੰਦੇ ਜੇ ਮੇਰੇ ਵਰਗਾ ਇਹ ਮਸਜਿਦ ਚੱਕ ਸਕਦਾ ਅਤੇ ਕ੍ਰਿਸ਼ਨ ਮਹਾਰਾਜ ਤਾਂ ਦੁਆਪਰ ਯੁੱਗ ਦੇ ਅਵਤਾਰ ਸਨ, ਉਹ ਕਿਉਂ ਨਹੀਂ ਸਨ ਚੱਕ ਸਕਦੇ। ਢਿੱਲੇ ਜਿਹੇ ਹੋ ਗਏ। ਕਹਿੰਦੇ ਕੋਈ ਨਹੀਂ, ਗੱਪਾਂ ਗੁੱਪਾਂ ਲਿਖੀਆਂ ਹੋਈਆਂ, ਜੋ ਲਿਖਿਆ ਉਹ ਯੋਗ ਸਨ, ਸਭ ਕੁਝ ਕਰ ਸਕਦੇ। ਗੁਰੂ ਮਹਾਰਾਜ ਪਹਾੜ ਵੱਲ ਵੇਖੀ ਕਿ ਧੰਨ ਕਰਤਾਰ, ਉੱਥੇ ਰੁਕ ਗਿਆ। ਉੱਥੇ ਰੁਕ ਗਿਆ। ਅੱਜ ਤੱਕ ਪੰਜਾ ਲੱਗਾ ਹੋਇਆ ਹੈ। ਉਹ ਤਾਂ ਚਲੋ ਫਿਰ 500 ਸਾਲ ਦੀ ਗੱਲ ਹੈ, ਪਿੱਛੇ ਜਿਹੀ ਦੀ ਗੱਲ ਹੈ। ਮੈਂ ਜੀਵਨ ਪੜ੍ਹ ਰਿਹਾ ਸਵਾਮੀ ਰਾਮ ਜੀ ਦਾ। ਹੁਣ ਜੀਵਨ ਪੜ੍ਹ ਰਿਹਾ, ਆਪਣੇ ਸਵਾਮੀ ਬਾਰੇ ਦੱਸ ਰਹੇ ਨੇ। ਕਹਿੰਦੇ ਜੀ ਮੈਂ ਅਤੇ ਮੇਰਾ ਸਵਾਮੀ ਜੀ, ਗੁਰੂ ਕਹਿੰਦੇ ਉਹ ਸਵਾਮੀ, ਪਹਾੜਾਂ 'ਚ ਜਾ ਰਹੇ ਸੀ। ਬਰਸਾਤਾਂ ਦਾ ਮੌਸਮ ਸੀ। ਉੱਤੋਂ ਪਹਾੜ ਇੱਕ ਰੁੜਦਾ ਆ ਰਿਹਾ। ਮੈਂ ਸਵਾਮੀ ਜੀ ਰੁਕ ਜਾਓ, ਪਹਾੜ ਰੁੜਦਾ ਆ ਰਿਹਾ, ਕਿਤੇ ਆਪਣੇ ਉੱਤੇ ਨਾ ਆ ਡਿੱਗੇ, ਕਿ ਅਸੀਂ ਪੈਦਲ ਹੀ ਜਾ ਰਹੇ ਸੀ। ਕਹਿੰਦਾ ਸਵਾਮੀ ਜੀ ਨੇ ਪਹਾੜ ਵੱਲ ਵੇਖਿਆ, ਐ ਪਰਬਤ ਰੁਕ ਜਾਓ, ਅਤੇ ਪਹਾੜ ਉੱਥੇ ਰੁਕ ਗਿਆ। ਅਸੀਂ ਕਹਿੰਦਾ ਲੰਘ ਗਏ। ਜਦੋਂ ਅਸੀਂ ਲੰਘ ਗਏ ਕਹਿੰਦੇ ਐ ਪਰਬਤ ਅਗਰ ਤੁਮਨੇ ਗਿਰਨਾ ਤਾਂ ਗਿਰ ਜਾਓ, ਅਤੇ ਪਹਾੜ ਧੜਮ ਕਰਕੇ ਡਿੱਗ ਪਿਆ। ਕਹਿੰਦੇ 3 ਦਿਨ ਸਰਕਾਰ ਰਾਹ ਸਾਫ਼ ਕਰਨ ਲੱਗੀ ਰਹੀ, ਉੱਥੇ ਹੀ ਰੋਕਦਾ। ਇਹ ਸ਼ਕਤੀਆਂ ਨੇ, ਇਹਨੂੰ ਕਹਿੰਦੇ ਰਿੱਧੀਆਂ ਸਿੱਧੀਆਂ। ਇਹ ਨਾਮ ਜਪ ਜਪ ਕੇ ਮਨੁੱਖ ਦੇ ਵਿੱਚ ਇੰਨੀਆਂ ਰਿੱਧੀਆਂ ਸਿੱਧੀਆਂ, ਇੰਨੀਆਂ ਸ਼ਕਤੀਆਂ ਪੈਦਾ ਹੁੰਦੀਆਂ ਕਿ ਕੁਦਰਤ ਵੀ ਉਹਦੇ ਆਖੇ ਲੱਗਦੀ ਹੈ। ਨਹੀਂ ਤਾਂ ਕੁਦਰਤ ਦੇ ਆਪਣੇ ਅਸੂਲ ਨੇ। ਕੁਦਰਤ ਬ੍ਰਹਮ ਗਿਆਨੀ ਲਈ ਆਪਣੇ ਅਸੂਲ ਹੀ ਬਦਲ ਦਿੰਦੀ। ਪਹਾੜ ਰੁੜਿਆ ਆ ਰਿਹਾ, ਇੰਨੀ ਕਿ ਐ ਪਰਬਤ ਰੁਕ ਜਾਓ, ਉੱਥੇ ਰੁਕ ਗਿਆ। ਕਹਿੰਦੇ ਅਗਰ ਪਰਬਤ ਤੁਮਨੇ ਗਿਰਨਾ ਤਾਂ ਗਿਰ ਜਾਓ, ਤੇ ਧੜਮ ਕਰਕੇ ਪਹਾੜ ਹੇਠਾਂ ਡਿੱਗਿਆ। ਸੋ ਇਸ ਲਈ ਗੁਰੂ ਨਾਨਕ ਦੇ ਬੇਅੰਤ ਸ਼ਕਤੀਆਂ ਦੇ ਮਾਲਕ ਸਨ। ਅਗਲਿਆਂ ਨੇ ਕੌੜੇ ਰੇਠਿਆਂ ਨੂੰ ਮਿੱਠਾ ਕਰਤਾ। ਨਿਸ਼ਾਨੀ ਵਜੋਂ ਕੋਈ ਇਹ ਨਾ ਸਮਝੇ ਸਾਰਾ ਦਰਖਤ ਹੀ ਮਿੱਠਾ ਹੈ। ਅੱਧੇ ਦਰਖਤ ਵੱਲ ਵੇਖਿਆ, ਰੇਠੇ ਦੇ ਅੱਧੇ ਦਰਖਤ ਵੱਲ ਵੇਖਿਆ, ਅੱਧਾ ਹਿੱਸਾ ਮਿੱਠਾ ਕਰਤਾ, ਬਾਕੀ ਕੌੜਾ ਰਹਿਣ ਤਾ, ਬਾਕੀ ਕੌੜਾ ਰਹਿਣ ਤਾ, ਤਾਂ ਕਿ ਕੋਈ ਇਹ ਨਾ ਸਮਝ ਲੈ ਵੀ ਇਹ ਤਾਂ ਦਰਖਤ ਹੀ ਮਿੱਠਾ ਹੋਣਾ। ਨਹੀਂ ਚਲੋ ਆਹੋ ਜੀ, ਫਿਰ ਕੋਈ ਮਿੱਠਾ ਹੁੰਦਾ, ਇਹ ਮਿੱਠਾ ਹੋਣਾ। ਸ਼ੰਕਾਵਾਦੀ ਤਾਂ ਬਥੇਰੇ ਹੁੰਦੇ ਨੇ ਜਿਨ੍ਹਾਂ ਦਾ ਨਾ ਧਰਮ 'ਚ ਕੋਈ ਵਿਸ਼ਵਾਸ ਹੈ ਅਤੇ ਨਾ ਕੋਈ ਡੂੰਘਾ ਗਿਆਨ ਹੈ। ਉਹ ਕਦੇ ਕਿ ਵੀ ਹੋ ਸਕਦਾ। ਉਹ ਇਸੇ ਕਹਿੰਦੇ ਅੱਕ ਸਨ, ਅੱਕ ਲੱਗੇ, ਉਹਨੂੰ ਕਕੜੀਆਂ ਲੱਗੀ ਜਾਂਦੀ, ਖਖੜੀ ਜਿਹਨੂੰ ਕਹਿੰਦੇ ਨੇ, ਹੁੰਦੀ ਕੌੜੀਆਂ ਹੁੰਦੀਆਂ ਨਾ। ਮਰਦਾਨਾ ਹੀ ਕਹਿੰਦੇ ਬਾਬਾ ਜੀ ਬੜੀ ਭੁੱਖ ਲੱਗੀ, ਕਹਿੰਦੇ ਖਖੜੀਆਂ ਖਾ ਲੈ। ਕਹਿੰਦੇ ਕਿ ਮੈਨੂੰ ਮਾਰਨ ਅਤੇ ਅੱਕ ਮੈਂ ਮਰਨਾ। ਨਹੀਂ ਕਹਿੰਦੇ ਮਰਦਾਨਾ ਜੀ
ਤੁਸੀਂ ਜਿੰਨੀਆਂ ਖਾਣੀਆਂ ਖਾ ਲਓ ਪਰ ਨਾਲ ਨਾ ਬੰਨਿਓ। ਚਲੋ ਗੁਰੂ ਮਹਾਰਾਜ ਅੱਗੇ ਥੋੜ੍ਹਾ ਜਿਹਾ ਹੋ ਗਿਆ, ਦੇਖਦੇ ਆ ਤਮਾਸ਼ਾ। ਚਲੋ ਖਾਧੀਆਂ ਬੜੀਆਂ ਮਿੱਠੀਆਂ, ਉਹਨੇ ਕਿਹਾ ਫਿਰ ਵੀ ਲੋੜ ਪੈਦੀ ਹੈ। ਗੁਰੂ ਮਹਾਰਾਜ ਪਤਾ ਨਹੀਂ 4 ਦਿਨਾਂ ਨੂੰ ਜਾ ਕੇ ਰੋਟੀ ਮਿਲੇ, ਰਾਹ ਪੱਲੇ ਬੰਨ ਲਈਆਂ। ਅੱਗੇ ਜਾ ਕੇ ਫਿਰ ਭੁੱਖ ਲੱਗੀ, ਜਾ ਖਾਧੇ ਨਾ ਉਹ ਕੌੜੀਆਂ ਵੇ ਥੂ ਕਰੇ। ਕਹਿੰਦੇ ਮਰਦਾਨੇ ਕੀ ਗੱਲ ਹੋ ਗਈ? ਕਹਿੰਦੇ ਤੁਸੀਂ ਕਿਹਾ ਸੀ ਨਾਲ ਨਾ ਬੰਨਿਓ, ਮੈਂ ਲਾਲਚ ਕੀਤਾ। ਕਹਿੰਦੇ ਕੌੜੀਆਂ ਹੀ ਸਨ, ਇਹ ਤਾਂ ਅਸੀਂ ਤੇਰੇ ਲਈ ਪਰਮਾਤਮਾ ਨੂੰ ਕਿਹਾ, ਤੇਰੇ ਲਈ ਮਿੱਠੀਆਂ ਕਰਤੀਆਂ, ਹੋਰ ਕਹਿਣ ਤੇ ਕੌੜੀਆਂ ਸਨ। ਇਸ ਲਈ ਇਹ ਬ੍ਰਹਮ ਗਿਆਨੀ ਨਾ ਬੇਅੰਤ ਸ਼ਕਤੀ ਦੇ ਮਾਲਕ ਹੁੰਦੇ, ਕਿਸੇ ਪ੍ਰਕਾਰ ਦੀ ਕੋਈ ਕਿੰਤੂ ਪਰੰਤੂ ਨਹੀਂ ਕਰੀਦਾ ਹੁੰਦਾ। ਬ੍ਰਹਮ ਗਿਆਨੀ ਤੇ ਕਿੰਤੂ ਪਰੰਤੂ ਕਰਨਾ ਵੈਸੇ ਹੀ ਬੜਾ ਵੱਡਾ ਪਾਪ ਹੁੰਦਾ ਹੈ। ਸਾਨੂੰ ਉਹਦਾ ਪਤਾ ਹੀ ਨਹੀਂ, ਤੇ ਅਸੀਂ ਕਹਿ ਰਹੇ ਇਹ ਕਿਵੇਂ ਹੋ ਸਕਦਾ ਹੈ? ਸਾਡੇ ਆਪਣੇ ਕੋਲ ਕੋਈ ਸ਼ਕਤੀ ਨਹੀਂ ਅਤੇ ਉਹਦੀਆਂ ਸ਼ਕਤੀਆਂ ਦਾ ਸਾਨੂੰ ਗਿਆਨ ਨਹੀਂ, ਅਤੇ ਅਸੀਂ ਭਰਮਾਂ 'ਚ ਪੈ ਜਾਂਦੇ ਹਾਂ। ਸੋ ਅਖੀਰ 'ਤੇ ਗੁਰੂ ਮਹਾਰਾਜ ਕਹਿੰਦੇ ਗੋਪੀ ਨੇ ਗਵਾਲੀਆ ਤੁਧ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ। ਆਪਣੇ ਹੁਕਮ ਦੇ ਨਾਲ ਭਾਂਡੇ ਪਾਵੇ ਸਰੀਰ। ਤੂੰ ਪਰਮਾਹੇ ਪਰਮਾ, ਤੂੰ ਆਪਣੇ ਹੁਕਮ ਦੇ ਨਾਲ ਸਾਰੇ ਸਰੀਰ ਸਾਜੇ ਹਨ। ਤੂੰ ਆਪੇ ਭੰਨ ਸਵਾਰ ਜੀਓ, ਤੂੰ ਸਵਾਰਨ ਵਾਲਾ ਵੀ ਆਪ ਹੈ ਅਤੇ ਤੋੜਨ ਵਾਲਾ ਵੀ ਆਪ ਹੈ। ਪਰਮਾਤਮਾ ਪੈਦਾ ਕਰਨ ਵਾਲਾ ਵੀ ਆਪ ਹੈ ਅਤੇ ਮਾਰਨ ਵਾਲਾ ਵੀ ਆਪ ਹੈ। ਉਹ ਆਪ ਹੀ ਗਵਾਲਾ ਹੈ, ਆਪ ਹੀ ਗੋਪੀ ਹੈ, ਆਪ ਹੀ ਨਦੀ ਹੈ, ਆਪ ਹੀ ਪਹਾੜ ਨੂੰ ਚੱਕਣ ਵਾਲਾ ਹੈ, ਆਪੇ ਹੀ ਇਹ ਭਾਂਡੇ ਸਾਜਣ ਵਾਲਾ ਹੈ, ਆਪੇ ਹੀ ਇਹਨਾਂ ਨੂੰ ਤੋੜਨ ਵਾਲਾ ਹੈ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਸਾਰੀ ਸੰਗਤ ਨੂੰ, ਜਿਹੜੇ ਇੱਥੇ ਬੈਠੇ ਹੋ ਅਤੇ ਜਿਹੜੇ ਘਰਾਂ 'ਚ ਸੁਣ ਰਹੇ ਹੋ, 1 ਅਪ੍ਰੈਲ ਤੋਂ ਸੰਥਿਆ ਸ਼ੁਰੂ ਹੋ ਜਾਣੀ ਹੈ। ਸਮਾਂ ਹੈਗਾ ਸ਼ਾਮ ਦੇ 6 ਵਜੇ ਤੋਂ ਲੈ ਕੇ 7 ਵਜੇ ਤੱਕ। ਸੋ ਤੁਹਾਡੇ ਵਿੱਚੋਂ ਕੋਈ ਰਹਿ ਗਿਆ ਹੋਵੇ, ਕੋਈ ਰਿਸ਼ਤੇਦਾਰ, ਦੋਸਤ ਮਿੱਤਰ, ਜਾਣੂ ਕੋਈ ਵੀ ਰਹਿੰਦਾ ਜਿਹਨੇ ਪਾਠ ਸਿੱਖਣਾ, ਉਹ ਉਸ ਨੂੰ ਕਹਿ ਦੇਣੇ ਭਾਈ ਉਹ 1 ਤਰੀਕ ਨੂੰ ਸ਼ਾਮੀ 6 ਵਜੇ ਗੁਰਦੁਆਰਾ ਸਤਸੰਗ ਭਵਨ ਵਿਖੇ ਪਹੁੰਚ ਜਾਵੇ। ਅਤੇ ਐਤਕੀ ਜਿਹੜਾ ਹੈ ਸ਼ੁੱਕਰਵਾਰ ਨੂੰ ਆਪਾਂ ਨੇ ਅਖੰਡ ਪਾਠ ਰੱਖਣੇ ਹਨ। ਇੱਕ ਐਤਵਾਰ ਤਾਂ ਲੰਘ ਗਏ ਜਿਹੜਾ ਸਹਿਜ ਪਾਠ ਵਾਲਾ ਸੀ। ਹੁਣ ਜਿਹੜਾ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਐਤਵਾਰ ਆਏਗਾ। 4 ਅਪ੍ਰੈਲ ਨੂੰ ਜਿਹੜਾ ਐਤਵਾਰ ਹੈ ਉਹ ਅਖੰਡ ਪਾਠਾਂ ਵਾਲਾ ਹੈ। ਸ਼ੁੱਕਰਵਾਰ ਨੂੰ ਆਪਾਂ ਅਖੰਡ ਪਾਠ ਰੱਖਾਂਗੇ। ਸੰਤ ਮਹਿੰਦਰ ਸਿੰਘ ਜੀ ਖੰਨੇ ਵਾਲੇ, ਹਰ ਸਾਲ ਉਹਨਾਂ ਦਾ ਆਪਾਂ ਜਨਮ ਦਿਨ ਮਨਾਉਂਦੇ ਹਾਂ। ਉਹਨਾਂ ਦਾ ਜਨਮ ਦਿਨ ਹੈ 4 ਅਪ੍ਰੈਲ ਦਾ ਹੀ ਬਾਈ ਚਾਂਸ, ਅਤੇ 4 ਅਪ੍ਰੈਲ ਦਾ ਐਤਵਾਰ ਆ ਰਿਹਾ ਹੈ। ਸੋ 4 ਅਪ੍ਰੈਲ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਵੱਡੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਹੋਏਗਾ। ਅੱਧਾ ਘੰਟਾ 10 ਤੋਂ ਲੈ ਕੇ 10:30 ਤੱਕ ਕੀਰਤਨ ਹੋ ਗਿਆ, 10:30 ਤੋਂ 11 ਵਜੇ ਤੱਕ ਕਥਾ ਵਰਤ ਹੋਏਗੀ। ਉਹਦੇ ਬਾਅਦ ਗੁਰੂ ਕਾ ਲੰਗਰ ਹੋਏਗਾ। ਯਾਦ ਰੱਖਣਾ 4 ਅਪ੍ਰੈਲ ਨੂੰ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋਏ। ਇੱਥੇ ਅਖੰਡ ਪਾਠ ਦੇ ਭੋਗ ਪੈ ਜਾਣਗੇ, ਫਿਰ ਦੂਜਾ ਪ੍ਰੋਗਰਾਮ ਉੱਥੇ ਹੋਵੇਗਾ। ਆਪ ਜੀ ਨੇ ਯਾਦ ਰੱਖਣਾ ਹੈ। ਹਾਂਜੀ ਹਾਂ। ਇੱਕ ਦੂਸਰਾ ਕਿ ਕਿਉਂਕਿ 1 ਅਪ੍ਰੈਲ ਤੋਂ ਸੰਥਿਆ ਸ਼ੁਰੂ ਹੋ ਜਾਣੀ ਹੈ। ਸੰਥਿਆ ਦਾ ਟਾਈਮ ਹੈ 6 ਤੋਂ 7। ਫਿਰ 15 ਮਿੰਟ ਜਿਹੜੀ ਸੰਗਤ ਉੱਪਰ ਆਈ ਹੈ ਪਾਠ ਸਿਰ, ਉਹ ਇਹਨਾਂ ਨੇ ਹੇਠਾਂ ਉਤਰਨਾ, ਕਥਾ ਵਾਲਿਆਂ ਨੇ ਉੱਪਰ ਚੜ੍ਹਨਾ ਹੁੰਦਾ ਹੈ। ਇਸ ਲਈ 15 ਮਿੰਟਾਂ ਦਾ ਗੈਪ ਹੈ। 1 ਅਪ੍ਰੈਲ ਤੋਂ ਕਥਾ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਹੋਇਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।